ਹਾਂਜੀ, ਸੋ ਅੱਜ ਜਿਹੜੀ ਆਪਾਂ ਪੈਸੇ ਚੱਕੇ ਜੀ, ਜਿਵੇਂ ਕਿ 2-3 ਦਿਨ ਤੋਂ ਆਪਾਂ ਥੋੜੇ ਟਫ ਪੈਸੇਜ ਕਰ ਰਹੇ ਹਾਂ ਜੀ। ਤਾਂ ਅੱਜ ਵੀ ਜਿਹੜੇ ਆਪਾਂ ਜਾਣੀ ਕਿ ਪੈਸੇ ਚੱਕਿਆ ਵਾ, ਉਹ ਜਿਹੜੀ ਵੈਬਸਾਈਟ ਮੈਂ ਤੁਹਾਨੂੰ ਸ਼ੇਅਰ ਕੀਤੀ ਸੀਗੀ, ਉਹਦੇ ਵਿੱਚ ਵੋਲਿਊਮ ਬੁੱਕ 5 ਆਈ ਤੇ ਟੈਸਟ ਉਹਦਾ ਮੇਰੇ ਹਿਸਾਬ ਨਾਲ ਪਹਿਲਾ ਜੀ, ਤੇ ਉਹਦਾ ਆਪਾਂ ਥਰਡ ਪੈਸੇਜ ਕਰਨ ਲੱਗੇ ਹਾਂ ਜੀ। ਸਟਾਰਟਿੰਗ ਵਾਲੇ ਨਹੀਂ ਕਰਾਂਗੇ ਕਿਉਂਕਿ ਉਹ ਥੋੜੇ ਸੌਖੇ ਹੋ ਜਾਂਦੇ ਕਈ ਵਾਰੀ, ਬਟ ਆਪਾਂ ਇਹ ਜਾਣੀ ਕਿ ਲਾਸਟ ਵਾਲਾ ਪੈਸੇਜ ਕਰਾਂਗੇ ਜੀ। ਲਾਸਟ ਵਾਲਾ ਪੈਸੇਜ ਜਿਵੇਂ ਆਪਾਂ ਕੱਲ ਕੀਤਾ ਸੀਗਾ, ਉਹ ਫਾਈਨਲ ਲੈਵਲ ਦਾ, ਉਹਨਾਂ ਵਿੱਚੋਂ ਕੁਐਸਚਨ ਜਿਹੜੇ ਹੈਗੇ ਆ ਉਹ ਟਾਰਗੇਟ ਦੇ ਹੋ ਸਕਦੇ ਹੁੰਦੇ ਆ। ਅੱਜ ਵੀ ਜਿਹੜਾ ਆਪਾਂ ਕਰਨਾ ਵਾ ਸੇਮ ਜੀ, ਜੋ ਆਪਾਂ ਇੱਕ ਫਾਈਨਲ ਲੈਵਲ ਦਾ ਹੀ ਪੈਸੇਜ ਆ, ਜਿਹਦੇ ਵਿੱਚ ਥੋੜੀਆਂ ਟ੍ਰਿਕਸ ਉਹਨਾਂ ਨੇ ਅਪਣਾਈਆਂ ਤੇ ਆਪਾਂ ਦੇਖਾਂਗੇ ਜੀ ਕਿੱਦਾਂ। ਓਕੇ ਜੀ, ਤਾਂ ਜੇ ਤੁਸੀਂ ਹਾਂਜੀ ਰੀਡਿੰਗ ਦੀ ਅਪੀਅਰੈਂਸ ਦੇਖੋ ਜੀ, ਤਾਂ ਤੁਹਾਡੀ ਹੈਡਿੰਗ ਓਕੇ ਆਰ ਯੂ ਐਕਸਪੀਰੀਅੰਸਡ, ਤਾਂ ਤੁਹਾਡੀ ਆਹ ਅਪੀਅਰੈਂਸ ਜੋ ਜੀ, ਇਹਦੇ ਵਿੱਚ ਜੋ ਕੰਟੈਂਟ ਹੁੰਦਾ ਵੋਲਿਊਮ ਦੇ ਵਿੱਚ ਥੋੜਾ ਜਿਹਾ ਕੈਂਬਰਿਜ ਨਾਲੋਂ ਜ਼ਿਆਦਾ ਹੁੰਦਾ। ਜੇ ਕੈਂਬਰਿਜ ਦਾ ਪੈਸੇਜ ਹੁੰਦਾ ਤਾਂ ਹੱਦ ਨੇ ਇੱਥੇ ਕਿ ਜੇ ਖਤਮ ਹੋ ਜਾਣਾ ਸੀਗਾ, ਬਟ ਵੋਲਿਊਮ ਦਾ ਹੋਣ ਕਰਕੇ ਇਹਦੇ ਵਿੱਚ ਕੰਟੈਂਟ ਥੋੜਾ ਜ਼ਿਆਦਾ ਹੁੰਦਾ ਜੀ। ਤਾਂ ਚਲੋ ਆਪਾਂ ਦੇਖਦੇ ਕਿ ਆਪਣੇ ਜੋ ਕੁਐਸਚਨ ਆ ਉਹ ਕਿਵੇਂ ਡਿਜ਼ਾਈਨ ਕੀਤੇ ਗਏ ਆ ਜੀ। ਸੋ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ 27 ਤੋਂ ਲੈ ਕੇ ਤੇ ਆਪਣੇ 30 ਤੱਕ ਅੱਜ ਆਪਣੇ 4 ਹਾਂਜੀ ਮਲਟੀਪਲ ਕੁਐਸਚਨ ਹੈ ਜੀ। ਤੇ ਮਲਟੀਪਲ ਤੁਹਾਨੂੰ ਪਤਾ ਕਿ ਸੀਕੁਐਂਸ ਦੇ ਵਿੱਚ ਹੁੰਦੇ ਆ, ਤਾਂ ਆਪਾਂ ਸਾਈਡ ਤੇ ਕੀ ਲਿਖ ਲਾਂਗੇ, ਇਹਨਾਂ ਦੇ ਐਸ ਆਪਾਂ ਮੈਂਸ਼ਨ ਕਰ ਦਾਂਗੇ ਬਈ ਇਹ ਸੀਕੁਐਂਸ ਦੇ ਵਿੱਚ ਹੈ। ਅੱਗੇ ਜਾ ਕੇ ਦੇਖੀਏ ਤਾਂ ਆਪਣੇ ਕੋਲੇ ਆਉਂਦੀਆਂ ਜੀ, ਠੀਕ ਹੈ ਜੀ, ਬਲੈਂਕਸ ਹੁੰਦੀਆਂ ਜੀ, ਜਿਹਦੇ ਵਿੱਚ no more than 2 words ਆ ਜੀ। ਤੇ ਜੋ ਬਲੈਂਕਸ ਉਹ ਸੀਕੁਐਂਸ ਚ ਹੋ ਵੀ ਸਕਦੀਆਂ ਤੇ ਨਹੀਂ ਵੀ ਹੋ ਸਕਦੀਆਂ, ਆਪਾਂ ਪੱਕਾ ਨਹੀਂ ਕਹਿ ਸਕਦੇ ਹੁੰਦੇ। ਤੇ ਗਾਂ ਜਾ ਕੇ ਜੇ ਤੁਸੀਂ 36 ਤੋਂ 40 ਤੱਕ ਦੇਖੋ ਤਾਂ ਅਗੇਨ ਤੁਹਾਡੇ ਹੁਣ ਟਰੂ ਫਾਲਸ ਨੋਟ ਗਿਵਨ ਆਇਆ ਕਰੀ, ਅਗੇਨ ਨਹੀਂ ਸੌਰੀ ਇਹ ਪਹਿਲੀ ਵਾਰੀ ਹੋਇਆ ਹਲੇ ਤੱਕ। ਤਾਂ 36 ਤੋਂ 40 ਆਪਣੇ ਕੋਲੇ ਟਰੂ ਫਾਲਸ ਨੋਟ ਗਿਵਨ ਆ ਜੀ, ਜੋ ਕਿ ਆਪਣੇ ਕੋਲੇ ਸੀਕੁਐਂਸ ਦੇ ਵਿੱਚ ਹੁੰਦੇ ਆ ਜੀ। ਸੋ ਦੋ ਚੀਜ਼ਾਂ ਸੀਕੁਐਂਸ ਦੇ ਵਿੱਚ ਚੱਲਣਗੀਆਂ ਜੀ, ਇੱਕ ਤਾਂ ਮਲਟੀਪਲ ਹੋ ਗਏ ਤੇ ਦੂਸਰੇ ਟਰੂ ਫਾਲਸ ਨੋਟ ਗਿਵਨ ਹੋ ਗਏ। ਤੇ ਜੇ ਆਪਾਂ ਆਪਣੀਆਂ ਬਲੈਂਕਸ ਦੇਖੀਏ ਤਾਂ ਇਹਨਾਂ ਦੀ ਸੀਕੁਐਂਸ ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਹੁਣ ਦੇਖੋ ਆਪਣਾ ਮੋਟਿਵ ਕੀ ਹੈ ਜੀ, ਆਪਣਾ ਮੋਟਿਵ ਹੈਗਾ ਵਾ ਕਿ ਸਾਰਿਆਂ ਦੇ ਵਿੱਚ ਪ੍ਰੋਪਰ ਕੀਵਰਡ ਜੋ ਹੈਗੇ ਆ ਉਹਨਾਂ ਨੂੰ ਆਪਾਂ ਕਰ ਲਈਏ ਜੀ ਇੱਥੇ ਸਰਕਲ, ਤਾਂ ਕਿ ਬਾਅਦ ਦੇ ਵਿੱਚੋਂ ਆਪਾਂ ਨੂੰ ਕੋਈ ਡਿਫਿਕਲਟੀ ਨਾ ਹੋਵੇ ਜੀ। ਉਹਨਾਂ ਨੂੰ ਆਪਾਂ ਸਰਕਲ ਕਰਨ ਲੱਗੇ ਜੀ। ਇੱਥੇ ਸ਼ਾਪਿੰਗ ਮਾਲ ਦੀ ਗੱਲ ਹੋਈ ਹੈ, ਜਿਵੇਂ ਕਿ ਸ਼ਾਪਿੰਗ ਮਾਲ ਜਿਵੇਂ ਕਿ ਬਲੂ ਵਾਟਰ, ਤਾਂ ਧਿਆਨ ਨਾਲ ਦੇਖਿਓ ਪਹਿਲੇ ਵਿੱਚ ਆਪਣੇ ਕੋਲ ਟ੍ਰੀਵਰ, ਦੂਸਰਾ ਐਕਸਪੀਰੀਅੰਸ ਇਕੋਨਮੀ ਕੌਮਿਆਂ ਚ ਰੱਖੀ ਆ, ਉਧਰ ਵੀ ਸਿੱਧੀ ਪਈ ਹੋਊਗੀ, ਫਿਰ ਬਲੂ ਵਾਟਰ। ਤੇ ਜੇ ਆਪਾਂ ਚੌਥੇ ਵਿੱਚ ਦੇਖੀਏ ਤਾਂ ਕੌਮਿਆਂ ਦੇ ਵਿੱਚ ਐਕਸਪੀਰੀਅੰਸ ਰੱਖਿਆ ਪਿਆ ਜੀ, ਤੇ ਨਾਲ ਕੋਈ ਹੋਰ ਵਰਡ ਚੱਕਣਾ ਹੋਵੇ ਤਾਂ ਰਿਟੇਲਰ। ਰਿਟੇਲਰ ਕੌਣ ਹੁੰਦੇ ਆ, ਜੋ ਸਮਾਨ ਵਗੈਰਾ ਵੇਚਦੇ ਹੁੰਦੇ ਆ ਜੀ। ਸੋ ਆਪਣੇ ਕੋਲ ਇਹ ਚਾਰੇ ਜੋ ਕੀਵਰਡ ਆ ਜੀ ਉਹ ਟਾਰਗੇਟ ਹੋ ਗਏ ਜੀ। ਜੋ ਵੀ ਆਪਾਂ ਨੂੰ ਮਿਲੂਗਾ ਇਹਨਾਂ ਸਾਰਿਆਂ ਚੋਂ ਸੌਖਾ ਮਿਲਣੇ ਕਿਹੜੇ ਆ ਜੀ, ਇਹਨਾਂ ਸਾਰਿਆਂ ਦੇ ਵਿੱਚੋਂ ਸੌਖਾ ਇੱਕ ਤਾਂ ਹੈਗਾ ਜਾਨੀ ਕਿ ਬਲੂ ਵਾਟਰ ਦਾ ਮਿਲਣਾ, ਦੂਸਰੇ ਨੰਬਰ ਤੇ ਆਪਣੇ ਕੋਲ ਟ੍ਰੀਵਰ ਆਹ ਵਾਲਾ ਮਿਲਣਾ। ਸੋ ਬਲੈਂਕਸ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜੀ, ਆਪਣੇ ਕੋਲੇ ਨਾਮ ਆ ਜੇਮਸ, ਇਹ ਆਪਣੇ ਕੋਲੇ ਪਹਿਲਾ ਨਾਮ ਪਿਆ ਜੀ ਇੱਕ ਜੇਮਸ। ਅੱਗੇ ਜਾ ਕੇ ਦੇਖੀਏ ਜੀ ਹੋਰ ਆਪਣੇ ਕੋਲੇ ਨਾਮ ਕਿਹੜਾ ਪਿਆ ਜੀ, ਇੱਕ ਹੋਰ, ਤਾਂ ਉਹ ਆਪਣੇ ਕੋਲੇ ਪਿਆ ਜੀ ਸਟਾਰਬਕਸ, ਸਟਾਰਬਕਸ ਜੀ। ਅੱਗੇ ਜਾ ਕੇ ਦੇਖੀਏ ਤਾਂ ਪਾਈਨ ਤੇ ਗਿਲਮੋਰ, ਇਹ ਆਪਣੇ ਕੋਲੇ ਇੱਕ ਹੋਰ ਕੀਵਰਡ ਪਿਆ ਜੀ। ਤੇ ਨੈਕਸਟ ਆਪਾਂ ਜਾ ਕੇ ਦੇਖੀਏ ਤਾਂ ਉਹਦੇ ਵਿੱਚ ਆਪਣੇ ਕੋਲੇ ਇੰਟਰਨੈਟ ਸ਼ਾਪਿੰਗ ਦੀਆਂ ਗੱਲਾਂ ਕੀਤੀਆਂ ਜੀ, ਇੰਟਰਨੈਟ ਸ਼ਾਪਿੰਗ। ਤਾਂ ਇਹਦੇ ਵਿੱਚ ਕੋਈ ਹੈ ਨਹੀਂ ਗਾ, ਇਹ ਆਪਾਂ ਦੇਖਾਂਗੇ ਜੀ ਵੀ ਕੀ ਬਣਦਾ ਜੀ ਇਹਦਾ। ਅੱਗੇ ਜਾ ਕੇ ਦੇਖੀਏ ਤਾਂ ਆਪਣੇ ਕੋਲੇ ਬ੍ਰਿਟੇਨ ਦੀ ਗੱਲ ਹੋਈ ਹੈ ਜੀ ਸਟਾਰਟਿੰਗ ਦੇ ਵਿੱਚ, ਤੇ ਉਦੋਂ ਅੱਗੇ ਸ਼ਾਪਿੰਗ ਮਾਲ। ਹੁਣ ਧਿਆਨ ਨਾਲ ਦੇਖਿਓ, ਜੋ ਤੁਹਾਡਾ ਇੱਕ ਪਿੱਛੇ ਸ਼ਾਪਿੰਗ ਮਾਲ ਵਾਲਾ ਜਾਨੀ ਕਿ ਲੰਘਿਆ ਸੀਗਾ, ਉਹ ਵਾਲਾ ਕੁਐਸਚਨ, ਜਿਵੇਂ ਕਿ ਮੈਂ ਕਹਿ ਰਿਹਾ 29ਵਾਂ ਕੁਐਸਚਨ ਜੀ, ਤੁਹਾਡਾ 29ਵਾਂ ਕੁਐਸਚਨ ਤੇ ਤੁਹਾਡਾ 37ਵਾਂ ਕੁਐਸਚਨ, ਇਹਨਾਂ ਦੋਨਾਂ ਦੇ ਵਿੱਚ ਇੱਕ ਜਾਨੀ ਕਿ ਕਨੈਕਸ਼ਨ ਹੋ ਸਕਦਾ ਜੀ। ਹੋ ਸਕਦਾ ਕਿ ਜਿੱਥੋਂ 29ਵਾਂ ਲੱਭੇ ਤੇ ਉਦੋਂ ਬਾਅਦ ਚੋਂ ਨਾਲ ਹੀ ਤੁਹਾਡੀ 37ਵੀਂ ਦੀ ਲੋਕੇਸ਼ਨ ਸ਼ੁਰੂ ਹੋ ਜਾਵੇ। ਹੁਣ 29 ਮੈਨੇ ਖੁਦ ਹੀ ਤੁਹਾਡੇ ਸਾਹਮਣੇ ਉਹ ਬਣਾਉਣੀ ਹੈ ਜੀ, ਸੀਕੁਐਂਸ ਬਣਾਉਣੀ ਆ, ਤੇ ਜੋ ਆਪਣੀ ਦੂਸਰੀ ਹੈ ਜੀ ਆਹ ਵਾਲੀ ਚੀਜ਼ 37 ਮੈਨੇ ਖੁਦ ਦੀ ਜੋ ਸੀਕੁਐਂਸ ਉਹ ਬਣਾ ਲੈਣੀ ਹੈ ਜੀ। ਓਕੇ ਜੀ, ਅੱਗੇ ਜਾ ਕੇ ਆਪਣੇ ਕੋਲੇ ਸਭ ਤੋਂ ਵਧੀਆ ਵਰਡ ਆਈਪੌਡਸ, ਅੱਗੇ ਜਾ ਕੇ ਐਪਲ ਆਪਣੇ ਕੋਲੇ ਜੀ। ਅੱਗੇ ਜਾ ਕੇ ਦੇਖੀਏ ਤਾਂ ਐਕਸਪੀਰੀਅੰਸਸ ਆਪਣੇ ਕੋਲੇ ਫੇਰ ਇੱਕ ਇੱਥੇ ਕੀਵਰਡ ਪਿਆ ਜੀ। ਹੁਣ ਧਿਆਨ ਨਾਲ ਦੇਖਿਓ ਜੀ, ਹੁਣ ਆਪਾਂ ਚੱਲਾਂਗੇ ਉਹਦੇ ਉੱਪਰ ਤੇ ਆਪਾਂ ਦੇਖਦੇ ਹਾਂ ਕਿ ਆਪਣੀ ਰੀਡਿੰਗ ਦੇ ਵਿੱਚੋਂ ਕਿਹੜੇ ਕਿਹੜੇ ਵਰਡ ਟਾਰਗੇਟ ਹੁੰਦੇ। ਧਿਆਨ ਨਾਲ ਦੇਖਿਓ ਜੀ, ਤੁਹਾਡੇ ਤੋਂ ਵੀ ਮੈਂ ਨਾਲ ਦੇਖੋ ਵੀ ਕਿਹੜੇ ਕਿਹੜੇ ਵਰਡ ਆ ਜੋ ਸਕੈਨ ਹੋਣਗੇ। ਹਾਂਜੀ, ਤਾਂ ਜਿਹੜੇ ਜਿਹੜੇ ਵਰਡ ਤੁਹਾਨੂੰ ਇਹਦੇ ਵਿੱਚ ਲੱਭ ਰਹੇ ਆਪਣੇ ਮਾਈਂਡ ਦੇ ਵਿੱਚ ਰੱਖੀ ਚੱਲੋ ਜੀ, ਉਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣੀ ਸੀਕੁਐਂਸ ਜੋ ਹੈ ਉਹ ਕਿੱਦਾਂ ਬਣਨੀ ਹੈ। ਹਾਂਜੀ, ਤਾਂ ਦੇਖੋ ਆਪਣੇ ਕੋਲੇ ਉਧਰ ਕਿਹੜੇ ਕਿਹੜੇ ਵਰਡ ਸੀ ਜੀ, ਧਿਆਨ ਨਾਲ ਦੇਖਿਓ ਜੀ। ਆਪਣੇ ਕੋਲੇ
ਐਕਸਪੀਰੀਅੰਸ ਇਕੋਨਮੀ ਆਹ ਵਾਲਾ ਇੱਕ ਪਹਿਲੇ ਨੰਬਰ ਤੇ ਕੀਵਰਡ ਪਿਆ ਤੇ ਨਾਲ ਹੀ ਪਿਆ ਜੀ ਟਰੀਵਰ, ਆਹ ਵਾਲਾ ਟਰੀਵਰ ਕੀ, ਯਾਨੀ ਕਿ ਆਹ ਆਪਣਾ ਮਲਟੀਪਲ ਪਹਿਲੇ ਨੰਬਰ ਵਾਲਾ ਜੀ M1 ਲਿਖਤਾ ਮੈਂ ਇੱਥੇ ਜੀ, ਇਹ ਮਲਟੀਪਲ ਆਪਣੇ ਕੋਲੇ। ਮਲਟੀਪਲ ਦੇ ਵਿੱਚ ਗਾਂ ਜਾ ਕੇ ਆਪਾਂ ਨੂੰ ਹੋਰ ਕੀਵਰਡ ਜੋ ਮਿਲੇ ਸੀਗੇ ਜੀ, ਇੱਥੇ ਵੀ ਆ ਇੱਕ ਕੀਵਰਡ ਪਿਆ ਜੀ ਐਕਸਪੀਰੀਅੰਸ ਇਕੋਨਮੀ, ਬਟ ਆਪਣਾ ਟਰੀਵਰ ਵਾਲਾ ਉਹ ਉੱਪਰ ਲੰਘ ਗਿਆ ਜਿਹੜਾ ਜੀ। ਅੱਗੇ ਜਾ ਕੇ ਆਪਣੇ ਕੋਲੇ ਜੇ ਆਉਂਦੇ ਆ ਜੀ ਤਾਂ ਆਪਣੇ ਕੋਲੇ ਇੱਕ ਜਗ੍ਹਾ ਤੇ ਸਟਾਰਬਕਸ ਲਿਖਿਆ ਸੀਗੀ, ਧਿਆਨ ਨਾਲ ਦੇਖਿਓ। ਆਪਾਂ ਮਲਟੀਪਲ ਦੇਖਦੇ ਹਾਂ ਸਭ ਤੋਂ ਪਹਿਲਾਂ। ਮਲਟੀਪਲ ਦੇ ਵਿੱਚ ਆਪਣੇ ਕੋਲੇ ਆਹ ਵਾਲਾ ਟਾਰਗੇਟ ਹੋ ਗਿਆ, ਫਿਰ ਐਕਸਪੀਰੀਅੰਸ ਇਕੋਨਮੀ ਲਿਖਿਆ ਪਿਆ, ਗਾਂ ਜਾ ਕੇ ਬਲੂ ਵਾਟਰ ਰਹਿ ਗਿਆ ਜੀ, ਬਲੂ ਵਾਟਰ ਤੇ ਰਿਟੇਲਰ। ਤਾਂ ਧਿਆਨ ਨਾਲ ਦੇਖਿਓ ਜੀ, ਆਹ ਤੁਹਾਡਾ ਪਹਿਲਾ ਵਾ, ਆਹ ਤੁਹਾਡਾ ਮਲਟੀਪਲ ਦੂਜਾ ਵਾ ਜੀ, ਆਹ ਤੁਹਾਡਾ ਪਹਿਲਾ ਜੀ ਜਿੱਥੇ ਇਹਦੀ ਗੱਲ ਹੋਈ ਆ, ਇੱਥੇ ਜਾ ਕੇ ਆਪਣੇ ਕੋਲੇ ਦੂਜੇ ਦੀ ਗੱਲ ਹੋਈ ਹੈ ਜੀ। ਬ੍ਰਿਟੇਨ ਦੀ ਗੱਲ ਹੋਈ ਸੀ ਇਹਦੇ ਆਸੇ ਪਾਸੇ, ਬ੍ਰਿਟੇਨ ਦਾ ਇੱਕ ਕੀਵਰਡ ਪੈਣ ਕਿ ਬ੍ਰਿਟੋਨਸ, ਬ੍ਰਿਟੋਨਸ, ਬ੍ਰਿਟੇਨ ਤੋਂ ਵਰਡ ਪਿਆ ਲੱਗਦਾ ਬਾਈ, ਦੇਖਾਂਗੇ ਆਪਾਂ ਇਹਨੂੰ ਜੀ ਕੀ ਬਣਦਾ ਇਹਦਾ। ਅੱਗੇ ਜਾ ਕੇ ਦੇਖੀਏ ਤਾਂ ਆਪਣੇ ਕੋਲੇ ਇੱਕ ਜਾਨੀ ਕਿ ਹਾਂਜੀ ਮੌਲਸ ਦੀ ਗੱਲ ਹੋਈ ਸੀਗੀ। ਅੱਗੇ ਚੱਲਦੇ ਹਾਂ, ਇੱਥੇ ਨਹੀਂ ਆਪਾਂ ਨੂੰ ਜੇ ਮਿਲਿਆ ਤਾਂ ਆਪਾਂ ਨੂੰ ਮੌਲਸ ਦੀ ਗੱਲ ਹੋਈ ਸੀ। ਆਹ ਪਿਆ ਜੀ ਤੁਹਾਡਾ ਬਲੂ ਵਾਟਰ, ਆਹ ਪਿਆ ਜੀ ਸ਼ਾਪਿੰਗ ਮਾਲ। ਤਾਂ ਆਪਣੇ ਕੋਲੇ ਮਲਟੀਪਲ ਤੀਸਰੇ ਨੰਬਰ ਵਾਲਾ ਟਾਰਗੇਟ ਹੋ ਗਿਆ ਜੀ। ਹੁਣ ਇੱਥੇ ਜਿਹੜਾ ਤੀਸਰੇ ਨੰਬਰ ਵਾਲਾ ਮਲਟੀਪਲ ਜਿਹੜਾ 29ਵਾਂ ਸੀਗਾ, ਉੱਥੇ ਆਪਾਂ ਇੱਕ ਚੀਜ਼ ਹੋਰ ਨੋਟਿਸ ਕੀਤੀ ਸੀ ਵੀ ਉੱਥੇ ਆਪਣੇ ਕਿਹੜੀ ਪਈ ਆ, ਟਰੂ ਫਾਲਸ ਨੋਟ ਗਿਵਨ ਦੀ ਵੀ ਇੱਕ ਲੋਕੇਸ਼ਨ ਪਈ ਹੈ ਜੀ। ਧਿਆਨ ਨਾਲ ਦੇਖਿਓ, ਜੇ ਆਪਾਂ 29ਵੇਂ ਨੰਬਰ ਵਾਲਾ ਇਦੋਂ ਦੇਖੀਏ ਟਾਰਗੇਟ ਕਰੀਏ ਜੀ, ਸੌਰੀ 37ਵੇਂ ਨੰਬਰ ਵਾਲਾ, ਤਾਂ ਇੱਥੇ ਪਿਆ ਸ਼ਾਪਿੰਗ ਮਾਲ ਦੀ ਗੱਲ ਹੋਈ ਜਾਂਦੀ ਹੈ ਜੀ, ਤੇ ਨਾਲ ਸਿਨੇਮਾ ਵਰਡ ਟਾਰਗੇਟ ਕਰ ਲਓ, ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਮੇਰਾ ਇੱਥੇ ਟਰੂ ਫਾਲਸ ਹੈ। ਤੁਸੀਂ ਇੱਕ ਕੀਵਰਡ ਹੋਰ ਲੱਭ ਸਕਦੇ ਹੋ। ਤਾਂ ਅੱਗੇ ਜਾ ਕੇ ਦੇਖੀਏ ਤਾਂ ਇਹਨਾਂ ਨੇ ਆਹ ਦੇਖਿਓ ਜੀ ਧਿਆਨ ਨਾਲ, ਸਿਨੇਮਾ ਨੂੰ ਸਿਨੇਮਾ ਨਾ ਲੈ ਕੇ ਇੱਥੇ ਮੂਵੀ ਦੀ ਗੱਲ ਕੀਤੀ ਪਈ ਆ, ਹੋਵੇ ਨਾ ਤਾਂ ਹੋਵੇ, ਆਪਣਾ ਕਿਤੇ ਨਾ ਕਿਤੇ ਹੋ ਸਕਦਾ ਜੀ ਇੱਥੇ। ਤਾਂ ਇੱਥੇ ਆਪਾਂ 37ਵਾਂ ਇੱਥੇ ਮਾਰਕ ਕਰ ਲਿਆ ਜੀ, ਆਹ ਆਪਣਾ 37ਵਾਂ ਕੁਐਸਚਨ ਹੈ ਜੀ। ਤੇ ਅੱਗੇ ਜਾ ਕੇ ਜੋ ਆਪਣਾ ਲਾਸਟ ਵਾਲਾ ਸੀਗਾ ਮਲਟੀਪਲ, ਉਹਦੇ ਵਿੱਚ ਰਿਟੇਲਰ ਵਰਡ ਲਿਖਿਆ ਸੀਗਾ ਜੀ, ਯਾਨੀ ਕਿ ਜੇ ਆਪਾਂ ਨੂੰ ਕਿਤੇ ਰਿਟੇਲਰ ਵਰਡ ਮਿਲ ਜਾਵੇ ਤਾਂ ਆਪਣਾ ਉਹ ਵਾਲੀ ਚੀਜ਼ ਹੋ ਸਕਦੀ ਹੈ ਜੀ, ਰਿਟੇਲਰ ਵਰਡ। ਇੱਕ ਗੱਲ ਹੋਰ ਕਹਿਣਾ ਕਿ ਇੱਥੇ ਜੇਮਸ ਤੁਹਾਡੀ ਬਲੈਂਕ ਦੇਖਿਓ ਜੀ, ਬਲੈਂਕਸ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੀ ਸੀਗੀ, ਨਾਮ ਲਿਖਿਆ ਸੀਗਾ ਇੱਕ ਜੇਮਸ, ਹਾਂਜੀ ਗਿਲਮੋਰ, ਇਹ ਹੋ ਸਕਦਾ ਜੀ ਉੱਥੇ। ਤੇ ਜੇ ਤੁਸੀਂ ਰਿਟੇਲਰ ਵਰਡ ਦੇਖੋ ਤਾਂ ਤੁਹਾਡਾ ਰਿਟੇਲਰ ਵਰਡ ਆਹ ਪਿਆ ਜੀ। ਅੱਗੇ ਜਾ ਕੇ ਰਿਟੇਲਰ ਨੂੰ ਕੀ ਲਿਖਿਆ ਪਿਆ, ਰਿਟੇਲ ਲਿਖਿਆ ਪਿਆ ਜੀ, ਰਿਟੇਲ ਸਟੋਰਸ। ਇਹ ਤੁਹਾਡਾ ਮਲਟੀਪਲ 4, ਯਾਨੀ ਕਿ ਮਲਟੀਪਲ ਨੂੰ ਕਵਰ ਕਰਨ ਦੇ ਲਈ ਕਾਫੀ ਉਹ ਗਾਂ ਤੱਕ ਗਏ ਜੀ। ਤੇ ਹੁਣ ਜਿਹੜੇ ਆਪਣੇ ਆਈਪੌਡ ਹੋ ਗਿਆ ਤੇ ਐਪਲ ਹੋ ਗਿਆ, ਇਹ ਕੀਵਰਡ ਹਲੇ ਵੀ ਆਪਣੇ ਲੱਭਣੇ ਬਾਕੀ ਹੈ ਜੀ। ਤੇ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇੱਥੇ ਤੁਹਾਡਾ ਸਟਾਰਬਕਸ ਵਰਡ ਵੀ ਲੱਭਿਆ ਪਿਆ ਜੀ। ਤੇ ਜੇ ਤੁਸੀਂ ਇੱਥੇ ਧਿਆਨ ਨਾਲ ਦੇਖੋ ਤਾਂ ਤੁਹਾਡਾ ਆਹ ਵਾਲਾ ਆਈਪੌਡ ਦੀਆਂ ਗੱਲਾਂ ਵੀ ਹੋਈਆਂ ਪਈਆਂ ਜੀ। ਤੇ ਅੱਗੇ ਜਾ ਕੇ ਆਪਾਂ ਦੇਖੀਏ, ਜੇ ਤੁਹਾਨੂੰ ਬਲੈਂਕ ਇੱਕ ਯਾਦ ਹੋਵੇ ਤਾਂ ਉਹਦੇ ਵਿੱਚ ਪਾਈਨ ਤੇ ਗਿਲਮੋਰ ਦੀ ਵੀ ਗੱਲ ਕੀਤੀ ਪਈ ਸੀਗੀ ਜੀ। ਜਿਵੇਂ ਜਿਵੇਂ ਆਪਾਂ ਅੱਗੇ ਅੱਗੇ ਜਾਈ ਜਾਂਦੇ ਹਾਂ, ਉਹ ਕੀਵਰਡ ਆਪਾਂ ਸਾਰੇ ਕੀ ਕਰੀ ਜਾਂਦੇ ਹਾਂ ਜੀ, ਆਪਣੇ ਨਿਗਾਹ ਥਾਨੀ ਦੀ ਨਿਗਾਈ ਜਾਂਦੇ ਸਾਰੇ ਜੀ। ਤਾਂ ਹੁਣ ਤੱਕਰ ਓਕੇ ਜੀ। ਬਾਕੀ ਜੇ ਮਾਈਂਡ ਚੋਂ ਕਈ ਫੇਡ ਵੀ ਹੁੰਦੇ ਆ ਤਾਂ ਡੋਂਟ ਵਰੀ, ਤੁਹਾਨੂੰ ਬਸ ਹਲਕਾ ਜਿਹਾ ਜੋ ਕੀਵਰਡ ਆ ਉਹਨਾਂ ਦੇ ਤੱਕਰ ਪਹੁੰਚਣ ਦੀ ਲੋੜ ਹੁੰਦੀ ਹੈ। ਹਾਂਜੀ, ਤਾਂ ਹੁਣ ਤੱਕਰ ਕੀ ਕੀਤਾ ਜੀ, ਆਪਾਂ ਮਲਟੀਪਲ ਆਪਾਂ ਉਧਰ ਸਾਰੇ ਲੱਭ ਲਏ ਜੀ। 27 ਤੋਂ ਲੈ ਕੇ 30 ਤੱਕ ਡਨ ਹੋ ਗਿਆ ਜੀ। ਅੱਗੇ ਜਾ ਕੇ ਚੈੱਕ ਕਰੀਏ ਤਾਂ ਤੁਹਾਡਾ ਆਹ ਵਾਲਾ ਨਾਮ ਵੀ ਡਨ ਆ, ਸਟਾਰਬਕਸ ਵੀ ਡਨ ਆ ਜੀ, ਤੁਹਾਡਾ ਪਾਈਨ ਤੇ ਗਿਲਮੋਰ ਵੀ ਡਨ ਆ। ਇਹ ਜੇ ਨਹੀਂ ਵੀ ਲੱਭਿਆ ਤਾਂ ਡੋਂਟ ਵਰੀ, ਇੱਕ ਅੱਧੇ ਦੀ ਟੈਨਸ਼ਨ ਨਹੀਂ ਲੈਣੀ, ਕਿਉਂਕਿ ਜਦੋਂ ਇੱਕ ਵਾਰੀ ਤੁਸੀਂ ਜ਼ਿਆਦਾ ਲੱਭ ਲਏ ਤਾਂ ਉਹ ਤੁਹਾਨੂੰ ਆਪੇ ਲੱਭ ਜਾਣੇ ਹੈ ਜੀ। ਇੱਥੇ ਤੁਸੀਂ ਆ 37ਵੇਂ ਦੀ ਵੀ ਟਾਰਗੇਟ ਕਰ ਲਿਆ, 38ਵਾਂ ਵੀ ਕਰ ਲਿਆ, ਤੁਹਾਡਾ 39ਵਾਂ ਵੀ ਹੋ ਗਿਆ, ਤੇ ਲਾਸਟ ਉੱਪਰ ਐਕਸਪੀਰੀਅੰਸ ਵਰਡ ਪਿਆ, ਉਹ ਆਪਾਂ ਜਾ ਕੇ ਲੱਭ ਲਾਂਗੇ ਜੀ ਉੱਧਰ। ਤਾਂ ਸਿਰਫ ਤਿੰਨਾਂ ਨੂੰ ਛੱਡ ਕੇ ਬਾਕੀ ਸਾਰੀ ਜੋ ਹੈਗੇ ਕੁਐਸਚਨ ਆਪਣੇ ਉਹ ਟਾਰਗੇਟ ਹੋ ਗਏ। ਹਾਂਜੀ, ਯੈਸ ਔਰ ਨੋ, ਲੱਗ ਗਿਆ ਪਤਾ ਜੀ ਸਾਰਿਆਂ ਨੂੰ? ਹਾਂਜੀ ਹਾਂਜੀ ਸਰ। ਠੀਕ ਹੈ ਜੀ। ਤਾਂ ਹੁਣ ਆਪਾਂ ਕੀ ਕਰਾਂਗੇ, ਹੁਣ ਆਪਾਂ ਟੈਨਸ਼ਨ ਫਰੀ ਹੋ ਕੇ ਕੋਈ, ਹੁਣ ਇੱਥੇ ਦੂਜੇ ਨੰਬਰ ਤੇ ਗੱਲ ਕਿਹੜੀ ਹੁੰਦੀ ਹੈ, ਦੂਸਰੇ ਨੰਬਰ ਤੇ ਚੀਜ਼ ਆਉਂਦੀ ਹੁੰਦੀ ਆ ਟਾਈਪ ਸਿਲੈਕਟ ਕਰਨਾ। ਸਭ ਤੋਂ ਪਹਿਲਾਂ ਤੁਸੀਂ ਕੀ ਕਰਦੇ ਹੋ, ਜੇ ਆਪਾਂ ਇਹ ਚੀਜ਼ ਦਾ ਮੈਥਡ ਕ੍ਰੀਏਟ ਕਰਨਾ ਹੋਵੇ ਤਾਂ ਸਭ ਤੋਂ ਪਹਿਲਾ ਸਟੈਪ ਹੁੰਦਾ ਵਾ ਕਿ ਹਲਕਾ ਜਿਹਾ ਮੈਪ ਬਣਾਓ ਆਪਣੀ ਰੀਡਿੰਗ ਦਾ ਜੀ, ਤਾਂ ਕਿ ਤੁਹਾਨੂੰ ਪਤਾ ਲੱਗ ਜੇ ਇੱਥੇ ਕੀ ਹੁੰਦਾ ਵਾ। ਕਈ ਵਾਰੀ ਬੱਚੇ, ਫੋਰ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੱਸਾਂ ਕਿ ਜ਼ਰੂਰੀ ਨਹੀਂ ਵੀ ਤੁਸੀਂ ਇਹਦੇ ਵਿੱਚੋਂ ਸਾਰੇ ਕੁਐਸਚਨ ਹੀ ਲੱਭਣੇ ਹੁੰਦੇ ਆ ਜੀ। ਯਾਨੀ ਕਿ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਤੁਸੀਂ ਸਿਨੇਮਾ ਤੇ ਸ਼ਾਪਿੰਗ ਮਾਲ ਆਹ ਤੁਸੀਂ ਜੇ 37ਵਾਂ ਲੱਭ ਲਿਆ ਜੀ, ਜਿਵੇਂ 37ਵਾਂ ਤੁਹਾਨੂੰ ਕਿੱਥੇ ਲੱਭਿਆ ਸੀਗਾ ਜੀ, 37ਵਾਂ ਤੁਹਾਨੂੰ ਲੱਭਿਆ ਸੀਗਾ ਇੱਥੇ, ਤਾਂ ਤੁਸੀਂ ਗਾਂ ਵਾਲੇ ਜੇ ਫਾਈਂਡ ਕਰਨੇ ਹੋਣ ਤਾਂ ਤੁਹਾਡੀ ਮਰਜ਼ੀ ਹੈ, ਨਹੀਂ ਤਾਂ ਤੁਹਾਨੂੰ ਇੱਕ ਬਾਉਂਡਰੀ ਪਤਾ ਲੱਗ ਗਈ ਵੀ ਇਹ ਸਟਾਰਟ ਕਿੱਥੋਂ ਹੋ ਰਿਹਾ।
ਹੁਣ ਤੁਹਾਨੂੰ ਇਹਦੀ ਟੈਨਸ਼ਨ ਨਹੀਂ, ਤੁਹਾਨੂੰ ਇੰਨੀ ਟੈਨਸ਼ਨ ਨਹੀਂ ਵੀ ਮੇਰੇ ਪਹਿਲੇ ਪੇਜ ਤੇ ਤੁਹਾਡਾ ਕੋਈ ਵੀ ਟਰੂ ਫਾਲਸ ਨਹੀਂ ਪਿਆ ਹੈਗਾ, ਯਾਨੀ ਕਿ ਪਹਿਲੇ ਪੇਜ ਦੇ ਉੱਪਰ ਜੀ। ਤਾਂ ਤੁਸੀਂ ਇਹ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਮਾਈਂਡ 'ਚ ਰੱਖਣਾ ਵੀ ਮੇਰੇ ਜੋ ਟਰੂ ਫਾਲਸ ਆ ਇੱਥੋਂ ਸਟਾਰਟ ਹੋ ਰਹੇ ਆ, ਗਾਂਹ ਤੱਕ ਜਾ ਰਹੇ ਆ। ਜੇ ਤੁਸੀਂ ਗਾਂਹ ਵਾਲੇ ਨਹੀਂ ਵੀ ਲੱਭਦੇ, ਜੇ ਤੁਹਾਨੂੰ ਲੱਗਦਾ ਸਰ ਮੇਰੀ ਮੈਪਿੰਗ ਜਿਹੜੀ ਹੈਗੀ ਆ ਉਹ ਬਹੁਤ ਮੈਨੂੰ ਟਾਈਮ ਬਹੁਤ ਲੱਗਦਾ ਵਾ, ਤੁਸੀਂ ਕੀ ਕਰੋ, ਤੁਸੀਂ ਸਾਰਿਆਂ ਦੀ ਮੈਪਿੰਗ ਨਾ ਬਣਾਓ ਜੀ, ਤੁਸੀਂ ਹਲਕੀ ਹਲਕੀ ਦੀ ਬਣਾ ਲਓ। ਜਿਵੇਂ ਕਿ ਬਲੂ ਵਾਟਰ ਲੱਭ ਲਓ, ਯਾਨੀ ਕਿ ਵਰਡ ਕੱਲਾ, ਤੁਹਾਨੂੰ ਪਤਾ ਲੱਗ ਜੂ ਕਿ ਬਲੂ ਵਾਟਰ ਤੋਂ ਤਾਂ ਵਾਲੀ ਜਿਹੜੀ ਰੀਡਿੰਗ ਦੀ ਸਪੇਸ ਆ ਉਹਦੇ ਵਿੱਚ ਮੇਰਾ 27ਵਾਂ 28ਵਾਂ ਪਿਆ ਤੇ ਨੀਚੇ ਵਾਲੀ ਵਿੱਚ 30 ਨੰਬਰ ਤੇ ਪਿਆ ਜੀ। ਉਸੇ ਤਰ੍ਹਾਂ ਹੀ ਤੁਸੀਂ ਇਹਦੇ ਵਿੱਚੋਂ 37ਵਾਂ ਲੱਭ ਕੇ ਰੱਖ ਲਓ ਜਾਂ 38ਵਾਂ ਲੱਭ ਲਓ ਜੀ। 38ਵਾਂ ਲੱਭਣ ਨਾਲ ਤੁਹਾਨੂੰ ਪਤਾ ਲੱਗ ਜੂ ਕਿ 2 ਹੁਣ 38 ਮੇਰੇ ਨੀਚੇ ਆ, 2 ਹੁਣ 38 ਮੇਰੇ ਤੋਂ ਤਾਂ ਵਾ। ਤੁਸੀਂ ਇਹ ਸਾਰਾ ਜਾਣੀ ਕਿ ਚੀਜ਼ ਨਹੀਂ ਕਰ ਸਕਦੇ। ਤੇ ਜਦੋਂ ਹੀ ਤੁਸੀਂ ਮੰਨ ਕੇ ਲਓ ਇੱਥੇ ਤੁਸੀਂ ਮੈਪ ਬਣਾਉਂਦੇ ਹੋ ਜੀ, ਮੈਪ ਬਣਾਉਣ ਤੋਂ ਬਾਅਦ ਚੋਂ ਸੈਕੰਡ ਸਟੈਪ ਆਪਣਾ ਹੁੰਦਾ ਵੀ ਇੱਕ ਟਾਈਪ ਨੂੰ ਸਿਲੈਕਟ ਕਰ ਲੈਣਾ ਜੀ। ਟਾਈਪ ਨੂੰ ਸਿਲੈਕਟ ਕਰਨਾ ਜੀ। ਟਾਈਪ ਨੂੰ ਸਿਲੈਕਟ ਕਰਨ ਦਾ ਹੁਣ ਇਹ ਚੀਜ਼ ਕੋਈ ਫਿਕਸ ਨਹੀਂ ਹੈਗੀ ਜੀ। ਕੋਈ ਬੱਚੇ ਨੂੰ ਜਿਹਨੂੰ ਟਰੂ ਫਾਲਸ ਸੌਖੇ ਲੱਗਦੇ ਉਹ ਟਰੂ ਫਾਲਸ ਨਾਲ ਜਾ ਸਕਦਾ ਜੀ। ਵੈਸੇ ਵੀ ਤੁਹਾਡੀ ਮੈਪ ਤਾਂ ਹੁਣ ਰੀਡਿੰਗ ਮੈਪ ਤਾਂ ਸਾਰੇ ਹੀ ਹੋ ਗਿਆ ਜੀ, ਤੁਹਾਡੀ ਮਰਜ਼ੀ ਹੈ। ਜੇ ਤੁਹਾਨੂੰ ਬਲੈਂਕਸ ਸੌਖੀਆਂ ਲੱਗਦੀਆਂ ਤੁਸੀਂ ਪਹਿਲਾਂ ਬਲੈਂਕਸ ਲੱਭ ਸਕਦੇ ਹੋ ਜੀ। ਜੇ ਤੁਹਾਨੂੰ ਮਲਟੀਪਲ ਸੌਖੇ ਲੱਗਦੇ ਆ ਤਾਂ ਤੁਸੀਂ ਪਹਿਲਾਂ ਮਲਟੀਪਲ ਕਰ ਸਕਦੇ ਹੋ ਜੀ। ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਮਲਟੀਪਲ ਦੇ ਵਿੱਚੋਂ, ਕਿਉਂਕਿ ਥੋੜਾ ਮੋਟਾ ਕਨਫਿਊਜ਼ ਕਰਦੇ ਆ, ਤਾਂ ਮਲਟੀਪਲ ਨੂੰ ਤੁਸੀਂ ਲਾਸਟ ਉੱਪਰ ਰੱਖੋ। ਜੇ ਸਭ ਤੋਂ ਪਹਿਲਾਂ ਕੋਈ ਚੀਜ਼ ਨੂੰ ਟਾਰਗੇਟ ਕਰਨਾ ਹੋਵੇ ਤਾਂ ਉਹ ਬਲੈਂਕਸ ਹੋ ਸਕਦੀਆਂ ਵਾ। ਦੂਸਰੇ ਨੰਬਰ ਤੇ ਕੋਈ ਚੀਜ਼ ਨੂੰ ਟਾਰਗੇਟ ਕਰਨਾ ਹੋਵੇ ਤਾਂ ਉਹ ਆਪਣੇ ਟਰੂ ਫਾਲਸ ਨੋਟ ਗਿਵਨ ਹੋ ਸਕਦੇ ਆ ਜੀ। ਤੀਸਰੇ ਨੰਬਰ ਤੇ ਤੁਹਾਡੇ ਮਲਟੀਪਲ ਹੋ ਸਕਦੇ ਆ ਜੀ। ਤੇ ਜਦੋਂ ਹੁਣ ਤੁਸੀਂ ਇਹਨੂੰ ਸਟਾਰਟ ਕਰਨ ਲੱਗੇ ਹੋ ਤਾਂ ਉਦੋਂ ਤੁਹਾਡੀ ਜਿਹੜੀ ਚੀਜ਼ ਕੰਮ ਆਉਂਦੀ ਆ ਉਹ ਤੁਹਾਡੀ ਟਰਾਂਸਲੇਸ਼ਨ ਜੀ, ਯਾਨੀ ਕਿ ਤੁਹਾਡੀ ਅੰਡਰਸਟੈਂਡਿੰਗ ਕਿੰਨੀ ਕੁ ਜ਼ਿਆਦਾ ਹੈ। ਸੋ ਅੰਡਰਸਟੈਂਡ ਥੋੜਾ ਜ਼ਿਆਦਾ ਕਰਨਾ ਸਿੱਖੋ ਜੀ, ਯਾਨੀ ਕਿ ਲੈਂਗੁਏਜ ਨੂੰ। ਚਲੋ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ। ਤਾਂ ਸਟਾਰਟ ਆਪਾਂ ਕਿੱਥੋਂ ਚੂਜ਼ ਕਰਦੇ ਹਾਂ? ਆਪਾਂ ਚੂਜ਼ ਕਰ ਲੈਂਦੇ ਹਾਂ 31 ਤੋਂ, ਕਿਉਂਕਿ ਆਪਣੇ ਕੋਲੇ ਇਹ ਹਾਂਜੀ 31 ਤੋਂ ਲੈ ਕੇ 35 ਤੱਕ ਬਲੈਂਕਸ ਆ ਜੀ। ਚਲੋ ਧਿਆਨ ਨਾਲ ਦੇਖਿਓ ਜੀ, ਆਪਾਂ ਕਰਦੇ ਹਾਂ ਜੇਮਸ ਵਾਲੇ ਤੋਂ ਅੱਗੇ। ਆਪਾਂ ਪਹਿਲੇ ਤੋਂ ਲੋਕੇਸ਼ਨ ਆਪਣੀ ਫਾਈਂਡ ਆਊਟ ਕੀਤੀ ਪਈ ਆ। ਵਰਡ ਆਪਣੇ ਕੋਲੇ ਮੈਕਸਿਮਮ ਕਿੰਨੇ ਹੋ ਸਕਦੇ ਆ? 2 ਵਰਡਸ ਹੋ ਸਕਦੇ ਆ। ਇਹਦੇ ਵਿੱਚ ਬਲੈਂਕਸ ਦੇ ਵਿੱਚ ਗ੍ਰਾਮਰ ਦੀ ਵੀ ਨਾਲ ਆਪਾਂ ਹੈਲਪ ਲਵਾਂਗੇ ਜੀ। ਕਿਵੇਂ? ਧਿਆਨ ਨਾਲ ਦੇਖਿਓ। ਜੇ ਤੁਸੀਂ ਹਾਂਜੀ, ਜੇ ਤੁਸੀਂ 32 ਮੈਨੂੰ ਧਿਆਨ ਨਾਲ ਦੇਖੋ ਤਾਂ ਇਹ ਇੱਕ ਸਿੰਗੂਲਰ ਆਂਸਰ ਆਉਣਾ ਵਾ। ਪਹਿਲੀ ਗੱਲ ਤਾਂ ਜੀ ਸਿੰਗੂਲਰ ਹੋਊਗਾ ਇਹ, ਤੇ ਇਹ ਸਟਾਰਟ ਵੀ ਕਿੰਨਾ ਤੋਂ ਹੋਊਗਾ? ਇਹਨਾਂ ਦੇ ਵਿੱਚੋਂ ਕਿਸੇ ਇੱਕ ਵਰਡ ਦੇ ਨਾਲ ਸਟਾਰਟ ਹੋ ਸਕਦਾ ਜੀ, ਇਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਨਾਲ। ਤੇ ਜੇ ਤੁਸੀਂ ਹੁਣ 33ਵੇਂ ਨੰਬਰ ਵਾਲਾ ਦੇਖੋ ਜੀ, ਧਿਆਨ ਨਾਲ ਦੇਖਿਓ ਜੀ। 33ਵੇਂ ਨੰਬਰ ਵਾਲਾ, 33ਵੇਂ ਦੇ ਵਿੱਚ ਕੀ ਲਿਖਿਆ ਜੀ? ਫੋਕਸ ਔਨ ਬਾਇੰਗ ਦਾ ਡੈਸ਼। ਇੱਥੇ ਕੋਈ ਨਾ ਕੋਈ ਚੀਜ਼ਾਂ ਜੀ, ਕਿਉਂਕਿ ਕੋਈ ਚੀਜ਼ਾਂ ਹੀ ਤਾਂ ਬਾਏ ਹੁੰਦੀਆਂ ਜੀ। 34ਵੇਂ ਦੇ ਵਿੱਚ ਦੇਖੋ, ਕਹਿੰਦੇ ਇੰਟਰਨੈਟ ਸ਼ਾਪਿੰਗ ਲੈਕਸ ਦਾ ਡੈਸ਼। ਕੋਈ ਨਾ ਕੋਈ ਚੀਜ਼ ਆਊ ਜੀ। ਕਹਿੰਦੀ ਹੁਣ ਪੰਜਾਬੀ ਬਣਾਓ, ਤੁਹਾਨੂੰ ਇਹ ਸਾਰਾ ਹੀ ਸੋਲਵ ਹੋ ਜਾਣਾ। ਕਹਿੰਦੇ ਇੰਟਰਨੈਟ ਸ਼ਾਪਿੰਗ ਦੇ ਵਿੱਚ ਘਾਟ ਹੁੰਦੀ ਆ ਆਹ ਵਾਲੀ ਚੀਜ਼ ਦੀ। ਇਹ ਤਾਂ ਹੁਣ ਇਹਦੀ ਟ੍ਰਾਂਸਲੇਸ਼ਨ ਬਹੁਤ ਸੌਖੀ ਆ, ਤੁਸੀਂ ਜਸਟ ਲੱਭ ਕੇ ਲਿਆਉਣਾ ਵੀ ਇੰਟਰਨੈਟ ਸ਼ਾਪਿੰਗ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੁੰਦੀ ਹੈ ਜੀ। ਤਾਂ ਇਦਾਂ ਹਲਕੀ ਹਲਕੀ ਪ੍ਰੈਡਿਕਸ਼ਨ ਤੁਸੀਂ ਆਪਣੇ ਮਾਈਂਡ ਦੇ ਵਿੱਚ ਲਾਉਣੀ ਹੈ, ਜਿੱਥੋਂ ਤੱਕ ਲੱਗ ਸਕਦੀ ਹੈ। ਚਲੋ ਹੁਣ ਆਪਾਂ 31 ਤੋਂ ਸਟਾਰਟ ਕਰਦੇ ਹਾਂ ਜੀ। ਕਹਿੰਦੇ ਜੇਮਸ ਗਿਲਮੋਰ ਜਿਹੜਾ ਸੀਗਾ ਥਿੰਕਸ, ਉਹ ਸੋਚਦਾ ਵਾ ਦੈਟ। ਕੀ ਸੋਚਦਾ ਜੀ? ਕਹਿੰਦੇ ਪੀਪਲ ਬਿਕਮ ਮੋਰ ਕ੍ਰੀਏਟਿਵ, ਲੋਕੀ ਜ਼ਿਆਦਾ ਕ੍ਰੀਏਟਿਵ ਬਣ ਜਾਂਦੇ ਆ ਜੀ ਵੈਨ ਸਬਜੈਕਟਡ ਟੂ ਡੈਸ਼। ਹੁਣ ਇੱਥੇ ਦੇਖੋ ਜਿਹੜਾ ਸਬਜੈਕਟਡ ਲਾ ਜੀ, ਇਹ ਇੱਕ ਤਰ੍ਹਾਂ ਦੀ ਇੱਕ ਸਟਰਕਚਰ ਹੈ ਜੀ। ਆਪਾਂ ਕਹਿ ਦਈਏ ਸਬਜੈਕਟ ਇੱਥੇ ਕੋਈ ਉਦਾਂ ਨਹੀਂ ਕਿ ਮੈਥ ਹੋ ਗਿਆ ਜਾਂ ਡਰਾਇੰਗ ਹੋ ਗਿਆ ਜੀ। ਸਬਜੈਕਟਡ ਟੂ ਦਾ ਮਤਲਬ ਹੁੰਦਾ ਐਕਸਪੀਰੀਅੰਸ ਜਾਂ ਫੇਸ। ਇਹਦੀ ਜੇ ਸਭ ਤੋਂ ਸੌਖੀ ਮੈਂ ਤੁਹਾਨੂੰ ਮੀਨਿੰਗ ਦੱਸਾਂ ਤਾਂ ਫੇਸ 2। ਕਹਿੰਦੇ ਲੋਕੀ ਹਾਂਜੀ ਕ੍ਰੀਏਟਿਵ ਬਣ ਜਾਂਦੇ ਆ ਵੈਨ ਸਬਜੈਕਟਡ ਟੂ ਡੈਸ਼, ਜਦੋਂ ਡੈਸ਼ ਫੇਸ ਕਰਦੇ ਆ। ਚਲੋ ਜਾ ਕੇ ਦੇਖਦੇ ਆ ਜੀ ਬਈ ਕਿਹੜੀ ਚੀਜ਼ ਦੇ ਨਾਲ ਲੋਕੀ ਕ੍ਰੀਏਟਿਵ ਬਣ ਜਾਂਦੇ ਆ ਜੀ। ਜਾ ਕੇ ਦੇਖਦੇ ਆ। ਇਹਦੀ ਲੋਕੇਸ਼ਨ ਆਪਣੀ ਫਾਈਂਡ ਆਊਟ ਕੀਤੀ ਪਈ ਆ, ਤੁਹਾਡੇ ਸਾਹਮਣੇ ਆਹ ਵਾਲੀ ਲਾਈਨ ਹੈ ਜੀ। ਤੇ ਹੁਣ ਧਿਆਨ ਨਾਲ ਦੇਖਿਓ ਜੀ। ਤੁਹਾਨੂੰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜੀ ਕੌਮਿਆਂ ਦੇ ਵਿੱਚ ਚੀਜ਼ ਲਿਖੀ ਆ ਉਹਦੇ ਤੇ ਆਪਣਾ ਟਾਈਮ ਵੇਸਟ ਨਾ ਕਰਿਆ ਕਰੋ, ਕਿਉਂਕਿ ਇਹਨਾਂ ਨੇ ਕੌਮੇ ਪਾ ਕੇ ਤਾਂ ਅੱਜ ਦੱਸਣਾ ਹੀ ਹੁੰਦਾ ਵੀ ਇਹ ਬੰਦਾ ਸੀ ਕੌਣ। ਤੇ ਧਿਆਨ ਨਾਲ ਦੇਖੋ ਤਾਂ ਨਾਲ ਇਹਨਾਂ ਨੇ ਦੱਸਿਆ ਪਿਆ ਕਿ ਕੌਣ ਸੀਗਾ। ਆਹ ਵਾਲੀ ਲਾਈਨ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ। ਇੱਥੋਂ ਲੱਗੋ ਜੀ ਹੂ ਐਡਵੋਕੇਟ। ਉਹਨਾਂ ਨੇ ਕਿਹਾ ਸੀਗਾ ਜੋ ਸੋਚਦਾ ਵਾ, ਇਹਨਾਂ ਨੇ ਕਿਹਾ ਸੀ ਜੋ ਐਡਵੋਕੇਟ ਕਰਦਾ। ਕੀ ਐਡਵੋਕੇਟ ਕਰਦਾ ਜੀ? ਅਮੰਗ ਅਦਰ ਥਿੰਗਸ। ਕਹਿੰਦੇ ਬਾਕੀਆਂ ਚੀਜ਼ਾਂ ਦੇ ਵਿੱਚੋਂ ਸਲੀਪ ਡੈਪਰੀਵੇਸ਼ਨ ਜਿਹੜੀ ਹੈਗੀ ਆ ਐਜ਼ ਐਨ ਆਈਡੀਆ ਬੂਸਟਰ, ਇਹ ਆਪਣੀਆਂ ਥਾਟਸ ਨੂੰ ਬੂਸਟ ਕਰਦੀ ਹੈ ਜੀ। ਅੱਗੇ ਕੀ ਕਿਹਾ ਜੀ ਇਹਨੇ ਦਾ? ਆਈਡੀਆ ਵਾਸ ਲੇਟਰ ਐਕਸਪੈਂਡਡ। ਜਿਹੜਾ ਆਈਡੀਆ ਸੀਗਾ ਜੀ ਉਹ ਬਾਅਦ ਚੋਂ ਐਕਸਪੈਂਡ ਕੀਤਾ ਗਿਆ ਕਿਹਦੇ ਵਿੱਚ? ਇਕਨੋਮੀ, ਯਾਨੀ ਕਿ ਐਕਸਪੀਰੀਅੰਸ ਇਕਨੋਮੀ ਦੇ ਵਿੱਚ। ਵਰਕ ਇਨ ਥੀਏਟਰ, ਆਹ ਗੱਲਾਂ ਹੁਣ ਹੋਰ ਕੀਤੀਆਂ ਪਈਆਂ ਜੀ।
ਸੋ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਸੀ ਇਹ ਥੋੜੇ ਥੋੜੇ ਟ੍ਰਿਕੀ ਹੋ ਸਕਦੇ ਆ ਜੀ। ਕੁਐਸਚਨ ਦੇ ਵਿੱਚ ਇਹਨਾਂ ਨੇ ਕਿਹਾ ਕਿ ਲੋਕੀ ਜ਼ਿਆਦਾ ਕ੍ਰੀਏਟਿਵ ਹੋ ਜਾਂਦੇ ਆ when they subject to dash, ਜਦੋਂ ਉਹ ਡੈਸ਼ ਚੀਜ਼ ਨੂੰ ਫੇਸ ਕਰਦੇ ਆ ਜੀ। ਇਹਨਾਂ ਨੇ ਤੁਹਾਨੂੰ ਕਿਹਾ ਕਿ ਜਿਹੜਾ ਜੇਮਸ ਗਿਲਮੋਰ ਆ ਜੀ ਉਹ ਐਡਵੋਕੇਟ ਕਰਦਾ ਕਿ ਬਾਕੀ ਚੀਜ਼ਾਂ ਦੇ ਵਿੱਚੋਂ ਜਿਹੜੀ ਸਲੀਪ ਡੈਪਰੀਵੇਸ਼ਨ ਆ ਉਹ ਆਪਣੇ ਆਈਡੀਆਸ ਨੂੰ ਬੂਸਟ ਕਰਦੀ ਆ। ਤਾਂ ਮੈਨੂੰ ਧਿਆਨ ਨਾਲ ਦੱਸਿਓ ਜੀ ਇਹ ਕੀ ਲੱਗ ਰਿਹਾ ਜੀ ਤੁਹਾਨੂੰ? ਹਾਂਜੀ ਕੀ ਲੱਗ ਰਿਹਾ ਜੀ? ਸਰ sleep deprivation। ਸਲੀਪ ਡੈਪਰੀਵੇਸ਼ਨ, ਸਲੀਪ ਹਾਂਜੀ ਅੱਛਾ ਧਿਆਨ ਨਾਲ ਦੇਖੋ ਕੱਲ ਆਪਾਂ ਇੱਕ ਚੀਜ਼ ਕੀਤੀ ਸੀ ਜੀ, ਕੱਲ ਆਪਾਂ ਇੱਕ ਚੀਜ਼ ਕੀਤੀ ਸੀਗੀ ਜਿਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਇੱਕ ਰੀਡਿੰਗ ਦੇ ਵਿੱਚ ਕੁਐਸਚਨ ਦੇ ਵਿੱਚ 3D ਲਿਖੀ ਜਾਂਦੇ ਸੀਗੇ ਤੇ ਰੀਡਿੰਗ ਦੇ ਵਿੱਚ ਸਕਲਪਚਰ ਦੀਆਂ ਗੱਲਾਂ ਹੋਈ ਜਾਂਦੀਆਂ ਸੀਗੀਆਂ। ਤੇ ਤੁਸੀਂ ਕੱਲ ਇਹ ਚੀਜ਼ ਐਗਰੀ ਕਰ ਗਏ ਸੀਗੇ ਕਿ ਸਕਲਪਚਰ ਇੱਕ 3D ਚੀਜ਼ ਹੁੰਦੀ ਆ, ਉਹਨਾਂ ਨੇ ਮੈਨੂਪੂਲੇਟ ਕੀਤਾ ਮੜਾ। ਅੱਛਾ ਤੁਸੀਂ ਮੈਨੂੰ ਦੱਸੋਗੇ ਵੀ ਕ੍ਰੀਏਟਿਵ ਦਾ ਮਤਲਬ ਕੀ ਹੁੰਦਾ ਜੀ? ਕਿਹੜੇ ਪਰਸਨ ਨੂੰ ਆਪਾਂ ਕ੍ਰੀਏਟਿਵ ਕਹਿੰਦੇ ਹੁੰਦੇ ਆ ਜੀ? ਕ੍ਰੀਏਟਿਵ ਦਾ ਮਤਲਬ ਕੀ ਹੁੰਦਾ ਜੀ? ਜਿਹਦੇ ਚ ਕੋਈ ਸਕਿੱਲ ਵਗੈਰਾ ਜ਼ਿਆਦਾ ਸਕਿੱਲ ਤੇ ਐਕਟਿਵ ਹੋਵੇ ਸਰ, ਨਹੀਂ ਜੀ, ਜਿਹਦੇ ਵਿੱਚ ਸਕਿੱਲ ਇਮੇਜਿਨੇਸ਼ਨ ਦੀ ਹੋਵੇ ਸਰ। ਇਮੇਜਿਨੇਸ਼ਨ। ਕ੍ਰੀਏਟਿਵ ਪਰਸਨ ਕਿਹੜਾ ਹੁੰਦਾ ਵਾ? ਜਿਹੜਾ ਜਿਹੜਾ ਜਾਨੀ ਕਿ ਡੂ ਸਮਥਿੰਗ ਡਿਫਰ ਫਰੋਮ ਅਦਰ, ਜਾਂ ਤਾਂ ਕੋਈ ਚੀਜ਼ਾਂ ਬਾਕੀਆਂ ਤੋਂ ਡਿਫਰ ਜੀਆਂ ਕਰਦਾ ਹੋਵੇ ਉਹਨੂੰ ਆਪਾਂ ਕ੍ਰੀਏਟਿਵ ਕਹਿੰਦੇ ਆ। ਜਾਂ ਜਿਹੜੇ ਬੰਦੇ ਦੀਆਂ ਥਾਟਸ ਡਿਫਰ ਹੋਣ ਜੀ ਬਾਕੀਆਂ ਨਾਲ। ਯੈਸ অর ਨੋ ਜੀ? ਹਾਂਜੀ ਸਰ ਜਿਹੜੇ ਬੰਦੇ ਦੀਆਂ ਥਾਟਸ ਡਿਫਰ ਹੁੰਦੀਆਂ ਉਹ ਕ੍ਰੀਏਟਿਵ ਹੁੰਦਾ। ਜਾਂ ਜਿਹੜੀਆਂ ਚੀਜ਼ਾਂ ਨੂੰ, ਜਿਹੜਾ ਕੋਈ ਬੰਦਾ ਚੀਜ਼ਾਂ ਨੂੰ ਡਿਫਰ ਤਰੀਕੇ ਨਾਲ ਕਰਦਾ ਬਾਕੀਆਂ ਨਾਲੋਂ, ਉਹ ਕ੍ਰੀਏਟਿਵ ਹੁੰਦਾ। ਹੁਣ ਧਿਆਨ ਨਾਲ ਦੇਖਿਓ ਆਹ ਵਾਲੀ ਚੀਜ਼ ਦਾ ਮਤਲਬ ਕੀ ਹੋਇਆ ਜੀ? ਜਿਹੜੀ ਆ ਬੂਸਟਰ, ਇਹਦਾ ਸਰ ਇਹ ਮਤਲਬ ਕੀ ਕ੍ਰੀਏਟਿਵ ਹੋ ਗਿਆ। ਇਹ ਤਾਂ ਕ੍ਰੀਏਟਿਵ ਹੋ ਗਿਆ ਨਾ, ਕਿ ਜ਼ਿਆਦਾ ਕ੍ਰੀਏਟਿਵ ਬਣਾਉਂਦੀ ਹੈ। ਤੇ ਜ਼ਿਆਦਾ ਕ੍ਰੀਏਟਿਵ ਕਿਹੜੀ ਚੀਜ਼ ਬਣਾਉਂਦੀ ਹੈ ਜੀ? sleep deprivation। ਸਲੀਪ ਡੈਪਰੀਵੇਸ਼ਨ। ਤੇ ਸਾਰੀ ਰੀਡਿੰਗ ਦੇ ਵਿੱਚ ਧਿਆਨ ਨਾਲ ਦੇਖਿਓ, ਰੀਡਿੰਗ ਨੇ ਕ੍ਰੀਏਟਿਵ ਨੂੰ ਕ੍ਰੀਏਟਿਵ ਲਿਖਿਆ ਹੀ ਨਹੀਂ ਜੀ। ਰੀਡਿੰਗ ਦੇ ਵਿੱਚ ਇਹਨਾਂ ਨੇ ਕ੍ਰੀਏਟਿਵ ਨੂੰ ਕੀ ਲਿਖਿਆ? ਥਾਟਸ ਜਿਹਨੂੰ ਡਿਫਰ ਹੁੰਦੀਆਂ ਜੀ, ਜਾਂ ਜਿਹੜੀਆਂ ਚੀਜ਼ਾਂ ਨੂੰ ਡਿਫਰ ਤਰੀਕੇ ਦੇ ਨਾਲ ਕਰਦਾ। ਤੇ ਕ੍ਰੀਏਟਿਵ ਦਾ ਮਤਲਬ ਹੀ ਇਹ ਹੁੰਦਾ ਜੀ ਸੇਮ। ਤੇ ਇਹ ਚੀਜ਼ ਹੁਣ ਧਿਆਨ ਨਾਲ ਦੇਖਣੀ ਆ। ਕਈ ਬੱਚੇ ਲੱਭ ਰਹੇ ਸੀ ਕਿ ਸਰ ਇੱਥੇ ਕਿਤੇ ਨਹੀਂ ਲਿਖਿਆ ਕਿ ਲੋਕੀ ਕ੍ਰੀਏਟਿਵ ਬਣ ਜਾਂਦੇ ਆ। ਤੁਸੀਂ ਰੀਡਿੰਗ ਦੀ ਲੈਂਗੁਏਜ ਦੇਖੋ ਜੀ, ਇਹਦਾ ਮਤਲਬ ਕੀ ਹੁੰਦਾ? ਜਿਹੜੇ ਬੰਦੇ ਨੂੰ ਥਾਟਸ ਡਿਫਰ ਹੁੰਦੀਆਂ ਵਾ, ਤਾਂ ਉਹ ਇੱਕ ਤਰ੍ਹਾਂ ਦਾ ਕ੍ਰੀਏਟਿਵ ਪਰਸਨ ਹੁੰਦਾ ਜੀ। ਤੇ ਹੁਣ ਥਾਟਸ ਨੂੰ ਬੂਸਟ ਕਰਨਾ ਯਾਨੀ ਕਿ ਕ੍ਰੀਏਟਿਵ ਬਣਾਉਣਾ। ਤੇ ਕ੍ਰੀਏਟਿਵ ਬਣਾਉਣ ਤੇ ਕਹਿੰਦੇ ਬਾਕੀਆਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਕਿਹੜੀ ਹੈ ਜੀ? ਸਲੀਪ ਡੈਪਰੀਵੇਸ਼ਨ। ਤੇ ਇਹ ਕਿਹਾ ਕਿਹਨੇ ਹੈ ਜੀ? ਇਹ ਜੇਮਸ ਨੇ ਕਿਹਾ ਵਾ। ਤਾਂ ਦੇਖੋ ਪਹਿਲਾ ਹੀ ਆਨਸਰ ਸੀਗਾ ਜਿਹੜਾ ਉਹ ਥੋੜਾ ਜਿਹਾ ਹੋਰੀ ਤਰੀਕੇ ਨਾਲ ਸੀਗਾ। ਤਾਂ ਇੱਥੇ ਆ ਗਿਆ ਜੀ when they subjected to sleep deprivation। ਨੈਕਸਟ ਚੱਲਦੇ ਧਿਆਨ ਨਾਲ ਦੇਖਿਓ ਜੀ। ਹੁਣ ਆਹ ਵਾਲੀਆਂ ਚੀਜ਼ਾਂ ਤੇ ਨਿਗਾਹ ਰੱਖਿਓ, ਤੁਹਾਡੀ ਹੈਲਪ ਹੋਊਗੀ ਬਹੁਤ ਜ਼ਿਆਦਾ। ਸਟਾਰਬਕਸ ਕਹਿੰਦੇ ਜੀ ਇੱਕ ਕੰਪਨੀ ਆ ਜਿਹੜੀ ਕਿ that has managed to ਦਾ ਮੈਂ ਤੁਹਾਨੂੰ ਇੱਕ ਦਿਨ ਮਤਲਬ ਦੱਸਿਆ ਸੀ। managed to ਦਾ ਮਤਲਬ ਸਕਸੈਸਫੁਲ ਹੋ ਜਾਣਾ। ਕਹਿੰਦੇ ਸਟਾਰਬਕਸ ਇੱਕ ਕੰਪਨੀ ਆ ਜਿਹੜੀ ਸਕਸੈਸਫੁਲ ਹੋ ਚੁੱਕੀ ਆ ਕਿਹੜੀ ਚੀਜ਼ ਦੇ ਵਿੱਚ? ਡਿਵੈਲਪ ਕਰਨ ਦੇ ਵਿੱਚ। ਕੀ ਡਿਵੈਲਪ ਕਰਨ ਦੇ ਵਿੱਚ ਸਕਸੈਸਫੁਲ ਹੋ ਚੁੱਕੀ ਹੈ? ਉਹ ਆਪਾਂ ਚੀਜ਼ ਲੱਭਣ ਜਾਣੀ ਹੈ ਜੀ। ਆਪਾਂ ਲੱਭਣ ਜਾਣਾ ਵੀ ਇਹ ਕਿਹੜੀ ਚੀਜ਼ ਡਿਵੈਲਪ ਕਰਨ ਦੇ ਵਿੱਚ ਸਕਸੈਸਫੁਲ ਹੋ ਗਈ। ਉਹ ਚੀਜ਼ ਸਿੰਗੂਲਰ ਲੱਗਦੀ ਹੈ ਜੀ, ਇੱਥੋਂ ਉਹ ਵੋਵਲ ਤੋਂ ਸਟਾਰਟ ਹੋਈ ਲੱਗੂਗੀ ਜੀ। ਆਪਣੇ ਕਸਟਮਰ ਦੇ ਨਾਲ। ਅੱਗੇ ਆਪਾਂ ਨੂੰ ਕਲੂ ਹੋਰ ਮਿਲ ਗਿਆ ਜੀ। ਸਟਾਰਬਕਸ ਕੰਪਨੀ ਹੈ, ਇਹ ਆਪਣੇ ਕਸਟਮਰ ਦੇ ਨਾਲ ਕਿਹੜੀ ਚੀਜ਼ ਡਿਵੈਲਪ ਕਰਨ ਦੇ ਵਿੱਚ ਸਕਸੈਸਫੁਲ ਹੋ ਗਈ। ਚਲੋ ਜਾ ਕੇ ਦੇਖ ਕੇ ਆਉਂਦੇ। ਤਾਂ ਥੋੜਾ ਜਿਹਾ ਇਹ ਵੀ ਹੋ ਸਕਦਾ ਜੀ, ਧਿਆਨ ਨਾਲ ਦੇਖਿਓ ਜੀ। ਤਾਂ ਇੱਥੇ ਆਪਾਂ ਇੱਕ ਚੀਜ਼ ਦੇਖੀ ਸੀਗੀ ਸਟਾਰਬਕਸ ਜੋ ਕੀਵਰਡ ਸੀਗਾ ਜੀ। ਹਾਂਜੀ, ਤਾਂ ਸਟਾਰਬਕਸ ਧਿਆਨ ਨਾਲ ਦੇਖਿਓ ਜੀ। ਆਹ ਸਟਾਰਬਕ ਆਪਾਂ ਇੱਥੇ ਨਾਮ ਦੇਖਿਆ ਸੀਗਾ। ਜੇਮਸ ਵਾਲਾ ਆਪਾਂ ਇੱਥੋਂ ਲੱਭ ਲਿਆ ਜੀ, ਇੱਥੇ ਪਿਆ ਸੀ ਆਪਣਾ। ਨੀਚੇ ਜਾ ਕੇ ਦੇਖੋ ਤਾਂ ਸਟਾਰਬਕਸ ਤੁਹਾਨੂੰ ਕੀਵਰਡ ਲੱਭ ਗਿਆ। ਜਦੋਂ ਤੁਹਾਨੂੰ ਕੀਵਰਡ ਲੱਭ ਜਾਂਦੇ ਆ ਤਾਂ ਤੁਹਾਡਾ ਟਾਈਮ ਸੇਵ ਹੋ ਜਾਂਦਾ ਬਾਅਦ ਚੋਂ। ਹੁਣ ਆਪਾਂ ਦੇਖਣਾ ਕਿ ਸਟਾਰਬਕ ਨੇ ਕਸਟਮਰ ਦੇ ਨਾਲ ਕਿਹੜੀ ਚੀਜ਼ ਕਹਿੰਦੇ ਜੀ ਕੀਤੀ ਹੈ ਜੀ। ਤਾਂ ਧਿਆਨ ਨਾਲ ਦੇਖਿਓ ਜੀ। ਕਹਿੰਦੇ ਹੈਪੀਐਸਟ ਕੰਪਨੀਜ਼ ਜਿਹੜੀਆਂ ਹੈਗੀਆਂ ਫॉर ਦਾ ਮੂਵਮੈਂਟ, ਜਿਹੜੀਆਂ ਹੁਣ ਦੇ ਸਮੇਂ ਚ ਹੈਗੀਆਂ, ਉਹ ਸਟਾਰਬਕਸ ਆ ਜੀ, ਐਪਲ ਹੋ ਗਿਆ। ਤੇ ਸਮਾਲਰ ਸਕੇਲ ਤੇ ਕਹਿੰਦੇ ਦਾ ਡਰਿੰਕਸ ਕੰਪਨੀ ਦੇ, ਉਹ ਸਾਰੀਆਂ ਕਹਿੰਦੇ ਐਡਮਾਇਰਡ ਕਰਦੀਆਂ ਵਿਦਨ ਦਾ ਬਿਜ਼ਨਸ ਇੰਡਸਟਰੀ ਫॉर देयर ਐਬਿਲਿਟੀ ਟੂ ਕਨੈਕਟ ਇਮੋਸ਼ਨਲੀ ਵਿਦ देयर ਕਸਟਮਰਸ। ਹੁਣ ਬੱਚਾ ਇੱਥੋਂ ਉਹਨੇ ਪੜ੍ਹਨਾ ਸਟਾਰਟ ਕੀਤਾ ਜੀ ਸਟਾਰਬਕਸ ਤੋਂ। ਤੇ ਜਦੋਂ ਹੀ ਉਹਨੂੰ ਪਤਾ ਲੱਗਿਆ ਕਿ ਵਿਦ देयर ਕੰਜ਼ਿਊਮਰਸ, ਮਤਲਬ ਕਿ ਵਿਦ देयर ਕਸਟਮਰਸ
ਤੇ ਉਹਨਾਂ ਨੇ ਆਹ ਵਾਲੀਆਂ ਦੋ ਚੀਜ਼ਾਂ ਚੱਕੀਆਂ ਕਿ ਸਰ ਇਹਦਾ ਆਨਸਰ ਹੈਗਾ ਵਾ ਕਨੈਕਟ ਇਮੋਸ਼ਨਲੀ, ਕਿਉਂਕਿ ਗਾਂਹ ਜਾ ਕੇ ਸਾਰਾ ਕਹਿੰਦੇ ਜੀ ਪੇਅਰ ਬਣਿਆ ਤਣਿਆ ਪਿਆ। ਮੈਂ ਤੁਹਾਨੂੰ ਕਹਿ ਰਿਹਾ ਕਿ ਤੁਹਾਡੀ ਬਲੈਂਕ ਦੇ ਵਿੱਚ ਮੂਹਰੇ ਚੀਜ਼ ਕਿਹੜੀ ਪਈ ਆ, ਆਰਟੀਕਲ ਲਾਇਆ ਪਿਆ ਇੱਕ, ਜਿਹਦੇ ਤੋਂ ਬਾਅਦ ਚੋਂ ਕੋਈ ਨਾ ਕੋਈ ਨਾਉਨ ਤਾਂ ਉਹਦੇ ਵਿੱਚ ਵਾਕਈ ਇੱਕ ਪਿਆ ਹੋਊਗਾ ਜੀ, ਤੇ ਇਹਦੇ ਤੋਂ ਬਾਅਦ ਚੋਂ ਕਦੇ ਵੀ ਫਸਟ ਫਾਰਮ ਰੱਖੀ ਨਹੀਂ ਜਾ ਸਕਦੀ। ਤੁਸੀਂ ਬਲੈਂਕ ਵਿੱਚ ਜਾ ਕੇ ਉਧਰ ਕਨੈਕਟ ਵਰਡ ਫਿੱਟ ਨਹੀਂ ਕਰ ਸਕਦੇ, ਅਕੋਰਡਿੰਗ ਟੂ ਗ੍ਰਾਮਰ ਤੁਹਾਡਾ ਲਿਖਣ ਤੋਂ ਪਹਿਲਾਂ ਹੀ ਰੋਂਗ ਹੋ ਗਿਆ ਜੀ। ਜੇ ਤੁਸੀਂ ਇਹਨੂੰ ਸੈਲਫ ਚੈੱਕ ਕਰਨਾ ਹੋਵੇ ਜੀ ਤਾਂ ਇਹ ਲਿਖਣ ਤੋਂ ਪਹਿਲਾਂ ਹੀ ਰੋਂਗ ਹੋ ਗਿਆ, ਤੇ 99% ਬੱਚਿਆਂ ਨੇ ਕਨੈਕਟ ਇਮੋਸ਼ਨਲੀ ਲਾਇਆ ਸੀਗਾ, ਤੇ ਗ੍ਰਾਮਰ ਦੇ ਕਰਕੇ ਕਿਉਂਕਿ ਉਹਨਾਂ ਦਾ ਮਾਈਂਡ ਇਹਨਾਂ ਕਈ ਵਾਰੀ ਹਾਂਜੀ ਨਹੀਂ ਕੰਮ ਕੀਤਾ, ਤੇ ਉਹਨਾਂ ਨੂੰ ਵੈਸੇ ਨਹੀਂ ਲਿਖਣਾ ਚਾਹੀਦਾ ਸੀ ਜੀ, ਕਿਉਂਕਿ ਇਹ ਜੇ ਗ੍ਰਾਮੈਟਿਕਲੀ ਵੀ ਸਹੀ ਨਹੀਂ ਫਿੱਟ ਹੋ ਰਿਹਾ ਤਾਂ ਵੈਸੇ ਤਾਂ ਪਰ ਜਮਾ ਹੀ ਹੈ ਨਹੀਂ ਜੀ, ਇਹ ਪ੍ਰੈਕਟੀਕਲੀ ਪੋਸੀਬਲ ਹੈ ਨਹੀਂ ਆਰਟੀਕਲ ਤੋਂ ਬਾਅਦ ਚ ਵਰਬ ਦੀ ਫਸਟ ਫਾਰਮ ਰੱਖ ਦੇਣਾ। ਲੱਗ ਰਿਹਾ ਜੀ ਆਨਸਰ ਤੁਹਾਨੂੰ? ਨਹੀਂ ਸਰ। No, sir. ਦੇਖਣ ਤੋਂ ਤਾਂ ਲੱਗ ਰਿਹਾ ਵਾ ਨਾ, ਜੇ ਤੁਸੀਂ ਫਾਈਨਲ ਚ ਬੈਠੇ ਹਾਂਜੀ। ਹੋ ਤਾਂ ਕਿ ਜੀ ਠੀਕ ਆ ਵਿਦ ਦਾ ਕੰਜ਼ਿਊਮਰ ਲਿਖਿਆ ਪਿਆ, ਮੂਹਰਲੇ ਦੋ ਵਰਡ ਫਿੱਟ ਕਰ ਦਿਓ ਜਾ ਕੇ, ਇਦਾਂ ਹੀ ਲੱਗ ਰਿਹਾ ਨਾ। ਹਾਂਜੀ ਸਰ। ਬਟ ਇਹ ਟ੍ਰੈਪ ਆ ਜੀ, ਜਸਟ ਮੈਂ ਤੁਹਾਨੂੰ ਦੱਸਾਂ ਫਾਈਨਲ ਪੈਸੇਜ ਦੇ ਵਿੱਚ ਇਦਾਂ ਹੀ ਹੁੰਦਾ ਵਾ, ਫਾਈਨਲ ਪੈਸੇਜ ਦੇ ਵਿੱਚ ਇਦਾਂ ਹੀ ਹੋਊਗਾ ਜੀ। ਇਹਦਾ ਇੱਕ ਇੱਕ ਕੁਐਸਚਨ ਜਿਹੜਾ ਹੈਗਾ ਵਾ ਹੋਰ ਹੀ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਜੀ। ਤਾਂ ਮੈਂ ਤੁਹਾਨੂੰ ਬਲੈਂਕ ਉੱਪਰ ਵਾਪਸ ਲੈ ਕੇ ਜਾਵਾਂ ਤਾਂ ਆਪਾਂ ਫਿਰ ਧਿਆਨ ਦੇਖਿਓ ਜੀ, ਇਹਦੇ ਕਸਟਮਰ ਦੇ ਨਾਲ ਇਹਨੇ ਇੱਕ ਚੀਜ਼ ਡਿਵੈਲਪ ਕੀਤੀ ਆ, ਬਟ ਉਹ ਵੋਵਲ ਤੋਂ ਸਟਾਰਟ ਹੋ ਰਹੀ ਆ, ਉਹਦੇ ਵਿੱਚ ਨਾਉਨ ਲਿਖਿਆ ਹੋਊਗਾ ਜੀ, ਪੱਕਾ ਉਹਦੇ ਵਿੱਚ ਨਾਉਨ ਲਿਖਿਆ ਹੋਊਗਾ। ਤਾਂ ਆਪਾਂ ਬੈਕ ਚੱਲਦੇ ਆ ਜੀ ਥੋੜਾ ਜਿਹਾ, ਜਿੱਥੇ ਆਪਾਂ ਸਟਾਰਬਗ ਦੇਖਿਆ ਸੀਗਾ ਤਾਂ ਸਟਾਰਬਗ ਤੋਂ ਬੈਕ ਵਾਲੀ ਲਾਈਨ ਚੱਲਦੇ ਮਾੜੀ ਜੀ। ਕੀ ਕਿਹਾ ਜੀ ਉਹਨਾਂ ਨੇ? ਕਹਿੰਦੇ ਜਿਹੜੀ ਥੌਟ ਸੀਗੀ ਉਹ ਕੀ ਸੀਗੀ? ਟੂ ਫੋਸਟਰ, ਫੋਸਟਰ ਦਾ ਮਤਲਬ ਵਧਾਉਣਾ, ਯਾਨੀ ਕਿ ਡਿਵੈਲਪ ਕਰਨਾ। ਫੋਸਟਰ ਕਿਹਦਾ ਸਿਨੋਨਿਮ ਹੁੰਦਾ ਜੀ? ਡਿਵੈਲਪ ਕਰਨ ਦਾ। ਤੇ ਆ ਤੁਹਾਡਾ ਆਰਟੀਕਲ ਪਿਆ ਵਾ, ਕਿਹੜੀ ਚੀਜ਼ ਡਿਵੈਲਪ ਕਰਨਾ? ਇਮੋਸ਼ਨਲ ਅਟੈਚਮੈਂਟ। ਹੁਣ ਇਹਦੇ ਤੋਂ ਬਾਅਦ ਚੋਂ ਬਲੈਂਕ ਦੇ ਵਿੱਚ ਗ੍ਰਾਮੈਟਿਕਲੀ ਇਮੋਸ਼ਨਲ ਵਰਡ ਫਿੱਟ ਹੋ ਰਿਹਾ ਵਾ ਜੀ, ਤੇ ਬਾਅਦ ਚੋਂ ਇੱਕ ਨਾਉਨ ਵੀ ਪਿਆ ਵਾ ਜੀ। ਤੇ ਇਹ ਕਿਹਦੇ ਵਿੱਚ ਚੀਜ਼? ਕੰਪਨੀ ਤੇ ਕੰਜ਼ਿਊਮਰ ਦੇ ਵਿੱਚ ਚੀਜ਼ ਹੈ ਬਿਲਕੁਲ ਜੀ, ਯਾਨੀ ਕਿ ਕੰਪਨੀ ਕਿਹੜੀ ਚੀਜ਼ ਫੋਸਟਰ ਕਰ ਰਹੀ ਆ? ਕਹਿੰਦੇ ਇਮੋਸ਼ਨਲ ਅਟੈਚਮੈਂਟ। ਤੇ ਗਾਂ ਜਾ ਕੇ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਚੀਜ਼ ਕਰ ਰਹੀ ਆ ਉਹਨਾਂ ਦੇ ਵਿੱਚੋਂ ਜਿਹੜੀਆਂ ਹੁਣ ਦੇ ਸਮੇਂ 'ਚ ਕੰਪਨੀਜ਼ ਹੈਗੀਆਂ ਉਹ ਕਿਹੜੀਆਂ ਵਾ? ਸਟਾਰਬਕਸ ਹੋ ਗਿਆ, ਐਪਲ ਹੋ ਗਈ, ਆ ਸਾਰੀਆਂ ਕੰਪਨੀਆਂ ਕੀ ਕਰ ਰਹੀਆਂ ਜੀ? ਆਹ ਵਾਲੀ ਚੀਜ਼ ਨੂੰ ਕਰ ਰਹੀਆਂ। ਸੋ ਆਨਸਰ ਕੀ ਲਾਵਾਂ ਜੀ ਉਹਨਾਂ ਦਾ? ਨੀਚੇ ਕਨੈਕਟ ਇਮੋਸ਼ਨਲੀ, ਉੱਪਰ ਲਿਖਿਆ ਜੀ ਇਮੋਸ਼ਨਲ ਅਟੈਚਮੈਂਟ। ਕੀ ਕਰੀਏ ਜੀ? Emotional ਹੈ sir। Emotional attachment. ਕਲੀਅਰ ਹੈ ਜੀ ਸਾਨੂੰ ਇਹ ਚੀਜ਼? ਹਾਂਜੀ ਸਰ। ਨੀਚੇ ਵਾਲੀ ਬਟ ਚੀਜ਼ ਸਰ ਤੁਸੀਂ ਜਦੋਂ ਆਪਾਂ ਪਹਿਲੀ ਲਾਈਨ ਨਹੀਂ practical- ਪੜ੍ਹੀ ਸੀ ਹਲੇ ਹਾਂਜੀ ਸਰ, ਹਾਂਜੀ। ਉਦੋਂ ਮੈਨੂੰ ਕੱਲਾ ਇਮੋਸ਼ਨ ਲੱਗ ਰਿਹਾ ਸੀ, ਡਿਵੈਲਪ ਐਨ ਇਮੋਸ਼ਨ। ਡਿਵੈਲਪ ਐਂਡ ਇਮੋਸ਼ਨ, ਠੀਕ ਹੈ ਜੀ। ਹਾਂਜੀ। ਤੇ ਹੁਣ ਧਿਆਨ ਨਾਲ ਦੇਖਿਓ ਜੀ, ਤੁਹਾਨੂੰ ਏਦਾਂ ਨਹੀਂ ਲੱਗਦਾ ਕਿ ਫਿਰ ਗ੍ਰਾਮਰ ਦੇ ਵਿੱਚ ਜੇ ਤੁਸੀਂ ਇਮੋਸ਼ਨ ਕਹਿ ਰਹੇ ਹੋ ਕੱਲਾ, ਇਮੋਸ਼ਨ ਕਿੱਥੇ ਲਿਖਿਆ ਭਾਵੇਂ? ਸਰ ਇਮੋਸ਼ਨਲ ਲਿਖਿਆ ਨਾ, ਕਈ ਵਾਰ ਇਮੋਸ਼ਨਲੀ ਲਿਖਿਆ ਹੋਇਆ ਸੀ ਸਰ, ਸਰ ਲਾਸਟ ਤੇ। ਇਮੋਸ਼ਨਲ ਲਿਖਿਆ, ਕਈ ਵਾਰ ਉਹ ਚੇਂਜ ਕਰ ਦਿੰਦੇ ਆ ਨਾ, ਤਾਂ ਮੈਨੂੰ ਲੱਗਿਆ ਵੀ ਸ਼ਾਇਦ ਇੱਥੇ ਡਿਵੈਲਪ ਐਂਡ ਇਮੋਸ਼ਨ ਆ ਸਕਦਾ ਹੈ। ਦੱਸਦਾ ਮੈਂ ਤੁਹਾਨੂੰ ਗੱਲ, ਜਦੋਂ ਇਹਨਾਂ ਨੇ ਆਰਟੀਕਲ ਪਾਇਆ ਵਾ ਨਾ ਆਹ ਫਾਈਨਲ ਦੇ ਵਿੱਚ ਵੀ ਉੱਥੇ ਬਲੈਂਕ ਦੇ ਵਿੱਚ ਲਿਖਿਆ ਪਿਆ, ਤਾਂ ਧਿਆਨ ਨਾਲ ਦੇਖਿਓ ਆਹ ਬਲੈਂਕ ਦੇ ਵਿੱਚੋਂ ਇੱਕ ਚੀਜ਼ ਨਾਉਨ ਪੱਕਾ ਹੋਊਗੀ, ਸ਼ੋਰ ਆ, ਤੇ ਉਹਨਾਂ ਨੇ ਨਾਉਨ ਦੂਜੇ ਨੰਬਰ ਤੇ ਚੀਜ਼ ਆਪੇ ਨਾਲ ਲਿਖੀ ਪਈ ਆ ਜੀ, ਤੇ ਆਹ ਇਹਦੇ ਮੂਰੇ ਐਡਜੈਕਟਿਵ ਆ, ਇਹ ਬਣਿਆ ਤਣਿਆ ਤੁਹਾਨੂੰ ਹੁਣ ਬੰਚ ਫਿੱਟ ਕਰਨਾ ਪੈਣਾ ਉੱਥੇ। ਲੱਗ ਗਿਆ ਪਤਾ ਜੀ? ਹਾਂਜੀ ਕਲੀਅਰ ਹੈ ਜੀ? ਇਹ ਹਾਂਜੀ ਚੀਜ਼ ਦਾ sir, ਉੱਥੇ ਧਿਆਨ ਹਾਂਜੀ। ਰੱਖਣਾ ਜੀ। ਤਾਂ ਇਹ ਵੀ ਹੁਣ ਫਿਰ ਇੱਕ ਟ੍ਰੈਪ ਸੀਗਾ ਜੀ, ਧਿਆਨ ਨਾਲ ਦੇਖੋ। ਇਹਦੇ ਵਿੱਚ ਵੀ ਦੇਖੋ ਕਈਆਂ ਬੱਚਿਆਂ ਨੇ ਆਹ ਲਾਇਆ, ਇਹਨਾਂ ਦੋਨਾਂ ਦੇ ਵਿੱਚ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਸੀ, ਤਾਂ ਕਿ ਬੱਚਾ ਇੱਥੇ ਹੁਣ ਜਿਹਨੂੰ ਗ੍ਰਾਮਰ ਦਾ ਪਤਾ ਸੀਗਾ ਤੇ ਉਹ ਬੱਚਾ ਇਹਦੇ ਵਿੱਚੋਂ ਨਿਕਲ ਸਕਦਾ ਸੀਗਾ ਜੀ। ਤਾਂ ਹੀ ਕਹਿੰਦਾ ਹੁੰਦਾ ਕਿ ਜੋ ਗ੍ਰਾਮਰ ਆ ਉਹ ਬਹੁਤ ਜਾਣੀ ਕਿ ਜ਼ਰੂਰੀ ਚੀਜ਼ ਹੈ ਜੀ, ਉਹ ਇੱਕ ਤਰ੍ਹਾਂ ਦਾ ਰੂਟ ਆ ਸਾਰੇ ਮੋਡਿਊਲਸ ਦੇ ਵਿੱਚ ਹੀ ਹੈ, ਨਾ ਕਿ ਇਕੱਲੀ ਰੀਡਿੰਗ ਦੇ ਵਿੱਚ। ਅੱਗੇ ਚੱਲਦੇ ਜੀ, ਧਿਆਨ ਨਾਲ ਦੇਖਿਓ। ਕਹਿੰਦੇ ਪਾਈਨ ਤੇ ਗਿਲਮੋਰ ਦੀਆਂ ਜਿਹੜੀਆਂ ਬੁੱਕਸ ਆ ਉਹ ਸੁਜੈਸਟ ਕਰਦੀਆਂ, ਕੀ ਸੁਜੈਸਟ ਕਰਦੀਆਂ? ਨੋਟ ਆਲ ਕੰਜ਼ਿਊਮਰਸ ਫੋਕਸ ਔਨ ਬਾਇੰਗ ਦਾ ਡੈਸ਼, ਕਿ ਸਾਰੇ ਕੰਜ਼ਿਊਮਰਸ ਵੀ ਨਹੀਂ ਕਹਿੰਦੇ ਆਹ ਵਾਲੀ ਚੀਜ਼ ਬਾਏ ਕਰਨ ਤੇ ਫੋਕਸ ਕਰਦੇ। ਕਿਹੜੀ ਚੀਜ਼ ਜਾ ਕੇ ਦੇਖ ਕੇ ਉਹਨੇ ਜੀ ਆਪਾਂ? ਕਹਿੰਦੇ ਜੀ ਇਹਨਾਂ ਦੀਆਂ ਜਿਹੜੀਆਂ ਬੁੱਕਸ ਆ ਉਹ ਸੁਜੈਸਟ ਕਰਦੀਆਂ ਕਿ ਸਾਰੇ ਕੰਜ਼ਿਊਮਰ ਵੀ ਨਹੀਂ ਫੋਕਸ ਕਰਦੇਗੇ ਔਨ ਬਾਇੰਗ ਦਾ ਡੈਸ਼। ਚਲੋ ਜਾ ਕੇ ਦੇਖਦੇ ਹਾਂ। ਯਾਨੀ ਕਿ ਕੋਈ ਹੀ ਉਹਨੂੰ ਜਾਨੀ ਕਿ ਕਰਦਾ ਵਾ ਜੀ ਪ੍ਰੈਫਰ, ਸਾਰੇ ਕਹਿੰਦੇ ਬਾਇਰ, ਸਾਰੇ ਕੰਜ਼ਿਊਮਰ ਵੀ ਨਹੀਂ ਜੀ ਕਹਿੰਦੇ ਫੋਕਸ ਕਰਦੇ ਬਾਏ ਦਾ ਡੈਸ਼। ਚਲੋ ਜਾ ਕੇ ਦੇਖੀਏ ਤੇ ਤੁਹਾਨੂੰ ਧਿਆਨ ਨਾਲ ਦੇਖਿਓ ਜੀ, ਲੋਕੇਸ਼ਨ ਤੁਹਾਡੇ ਸਾਹਮਣੇ ਪਈ ਹੈ ਜੀ, ਪਾਈਨ ਤੇ ਗਿਲਮੋਰ।
ਤੇ ਹੁਣ ਆਪਾਂ ਜਸਟ ਦੇਖਣਾ ਹੀ ਆ ਵੀ ਇਹ ਕੀ ਕਹਿਣਾ ਚਾਹੁੰਦਾ ਜੀ। ਇੱਕ ਵਾਰੀ ਜਿਹੜਾ ਕੁਐਸਚਨ ਹੁੰਦਾ ਆਪਣੇ ਮਾਈਂਡ ਦੇ ਵਿੱਚ ਨਾ, ਤੁਸੀਂ ਇੱਕ ਤਰ੍ਹਾਂ ਦਾ ਜੋ ਰਿਮਾਈਂਡਰ ਹੁੰਦਾ ਨਾ, ਤੁਸੀਂ ਅਲਾਰਮ ਲਾਉਂਦੇ ਹੋ ਤੇ ਰਿਮਾਈਂਡਰ ਸੈੱਟ ਕਰਦੇ ਹੁੰਦੇ ਹੋ ਜੀ, ਵਾਰੀ-ਵਾਰੀ ਤੁਹਾਨੂੰ ਰਿਮਾਈਂਡ ਕਰਾਉਂਦਾ ਰਹਿੰਦਾ। ਤੁਸੀਂ ਵੀ ਆਪਣੇ ਬ੍ਰੇਨ ਨੂੰ ਕੁਐਸਚਨ ਜਦੋਂ ਉਧਰੋਂ ਪੜ੍ਹ ਕੇ ਆਉਂਦੇ ਹੋ, ਸਕੈਨਿੰਗ ਚੱਲੀ ਜਾਂਦੀ ਹੈ, ਤਾਂ ਆਪਣੇ ਬ੍ਰੇਨ ਨੂੰ ਹਲਕਾ-ਹਲਕਾ ਰਿਮਾਈਂਡ ਕਰਾਉਂਦੇ ਰਿਹਾ ਕਰੋ ਜੀ। ਕਹਿੰਦੇ ਜੀ ਇਹਨਾਂ ਦੀਆਂ ਬੁੱਕਸ ਨੇ ਸੁਜੈਸਟ ਕੀਤਾ ਸੀਗਾ ਕਿ ਸਾਰੇ ਵੀ ਨਹੀਂ ਕਹਿੰਦੇ, ਜਾਣੀ ਕਿ ਪ੍ਰੈਫਰ ਕਰਦੇ ਬਾਏ ਦਾ ਡੈਸ਼। ਹੁਣ ਕਿਹੜੀ ਚੀਜ਼ ਜਾ ਕੇ ਦੇਖਦੇ ਹਾਂ ਜੀ। ਕਹਿੰਦੇ ਹਾਂਜੀ, ਗਰਾਊਂਡ ਬ੍ਰੇਕਿੰਗ ਆਫਰਿੰਗ ਵਾਸ ਆਫਰਡ ਬਾय ਸਚ ਟਰਮਸ ਕਿ ਪ੍ਰਾਈਸਲੈਸ। ਜਾ ਕੇ ਦੇਖਦੇ ਹਾਂ ਜੀ ਆਪਾਂ ਕੀ ਕਹਿੰਦੇ ਜੀ। ਹਾਂਜੀ, ਟਰਨਿੰਗ ਆਰਡੀਨਰੀ ਪ੍ਰੋਡਕਟ ਓਕੇ ਇਨਟੂ ਐਕਸਟਰਾਆਰਡੀਨਰੀ ਐਕਸਪੀਰੀਅੰਸ ਮੇਕਿੰਗ ਹਾਊ ਸਕਸੈਸਫੁਲ ਬਿਜ਼ਨਸ, ਇੱਥੇ ਹੋਰ ਹੀ ਗੱਲਾਂ ਕਰੀ ਜਾਂਦੇ ਆ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਜੇ ਤੁਹਾਡੀ ਨਿਗਾਹ ਪਈ ਹੋਵੇ ਅਗਲੀ ਲਾਈਨ ਦੇ ਵਿੱਚ ਲਿਖਿਆ ਪਿਆ ਨੋਟ ਆਲ ਕੰਜ਼ਿਊਮਰਸ ਆਰ ਫੋਕਸਡ ਔਨ। ਸਾਰੇ ਵੀ ਨਹੀਂ ਕਹਿੰਦੇ ਫੋਕਸ ਕਰਦੇ, ਉਹਨਾਂ ਨੇ ਕਿਹਾ ਸੀ ਔਨ ਬਾਇੰਗ, ਇਹਨਾਂ ਨੇ ਕਹਤਾ ਔਨ ਬੈਗਿੰਗ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਕਾਹਦਾ ਸਿਨੋਨਿਮ ਨਿਕਲੂਗਾ, ਇਹ ਬਾਇੰਗ ਦਾ। ਬੈਗਿੰਗ ਦਾ ਮਤਲਬ ਕੀ ਹੋ ਗਿਆ, ਪੈਕ ਕਰਨਾ ਕੋਈ ਚੀਜ਼ ਨੂੰ ਜੀ। ਕਿਹੜੀ ਚੀਜ਼ ਜੀ, ਦਾ ਉਹਨਾਂ ਨੇ ਲਾਇਆ ਹੀ ਪਿਆ ਵਾ ਵਿੱਚ, ਉਹਨਾਂ ਨੇ ਬਾਇੰਗ ਦਾ ਕਿਹਾ ਸੀ, ਪਰ ਤੁਸੀਂ ਤਾਂ ਆਹ ਚੀਜ਼ ਛੱਡੋਗੇ ਜੀ, ਤਾਂ ਕੀ ਆ ਗਿਆ ਜੀ, ਚੀਪੈਸਟ ਪ੍ਰੋਡਕਟ। ਆ ਬਾਕੀਆਂ ਦੇ ਨਾਲੋਂ ਸੌਖਾ ਸੀਗਾ ਜੀ। ਯੈਸ ਸਰ ਨੋ ਜੀ, ਕਲੀਅਰ ਹੈ ਜੀ ਸਾਰਿਆਂ ਨੂੰ ਇਹ ਚੀਜ਼, ਹਾਂਜੀ ਸਰ। ਸਿੰਪਲ ਹੀ ਪਿਆ। Yes, sir. ਯੈਸ ਸਰ। ਹਾਂਜੀ ਤਾਂ sir। ਨੈਕਸਟ ਚੱਲਦੇ ਹਾਂ, ਧਿਆਨ ਨਾਲ ਦੇਖਿਓ ਆਪਣਾ 34ਵੇਂ ਦੇ ਵਿੱਚ ਉਹਨਾਂ ਨੇ ਕਿਹਾ ਜਿਹੜੀ ਕਹਿੰਦੇ ਇੰਟਰਨੈਟ ਸ਼ਾਪਿੰਗ ਆ ਲੈਕਸ ਦਾ ਡੈਸ਼। ਹੁਣ ਇੱਥੇ ਬੜੀ ਚੀਜ਼ ਇੱਕ ਵਧੀਆ ਸਿੱਖਣ ਨੂੰ ਮਿਲੀ ਜੀ। ਤੁਸੀਂ ਸਾਰੇ ਜਾਣੇ ਲਿਖਦੇ ਹੁੰਦੇ ਹੋ ਲੈਕ ਆਫ, ਕੋਈ ਵੀ ਚੀਜ਼ ਲਿਖਦੇ ਹੁੰਦੇ ਹੋ ਨਾ, ਮੰਨ ਕੇ ਲੈਕ ਆਫ ਸਪਲਾਈ ਲਿਖ ਦਿੰਦੇ ਹੋ ਤੁਸੀਂ। ਅੱਛਾ, ਤੁਸੀਂ ਅੱਜ ਤੱਕ ਲੈਕ ਨੂੰ ਇੱਕ ਨਾਉਨ ਦੇ ਤੌਰ ਤੇ ਯੂਜ਼ ਕੀਤਾ ਨਾ, ਦੋਨੇ ਪਾਸੇ ਨਾਉਨ। ਤਾਂ ਦੇਖੋ ਲੈਕ ਇੱਕ ਵਰਬ ਵੀ ਬਣ ਜਾਂਦਾ ਜੀ। ਤੁਸੀਂ ਇੱਧਰ ਵੀ ਕਹਿ ਸਕਦੇ ਹੋ ਨਾ, ਆਰਾਮ, ਉਹ ਕਹਿੰਦੇ ਕਿ ਲੈਕਸ ਜਨਰਲ ਨੌਲੇਜ। ਆ ਦੇਖੋ ਇੱਥੇ ਮੈਂ ਵਰਬ ਲਾਇਆ ਨਾ ਇੱਥੇ ਨੂੰ, ਯੈਸ ਔਰ ਨੋ, Yes, sir. ਲੈਕਸ। ਤਾਂ ਧਿਆਨ ਨਾਲ ਦੇਖਿਓ, ਪ੍ਰੈਜ਼ੈਂਟ ਇੰਡੈਫੀਨੇਟ ਦੇ ਵਿੱਚ ਜਿਹਨੂੰ ਤੁਸੀਂ ਅੱਜ ਤੱਕ ਹਮੇਸ਼ਾ ਨਾਉਨ ਦੇ ਤੌਰ ਤੇ ਯੂਜ਼ ਕੀਤਾ ਵਾ, ਉਹਦੀ ਇਹਨਾਂ ਨੇ ਵਰਬ ਬਣਾਈ ਪਈ ਆ ਜੀ। ਇੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਇੱਕ ਵਰਡ ਪਾਰਟ ਆਫ ਸਪੀਚ ਦੇ ਵਿੱਚ ਡਿਫਰ ਜਦੋਂ ਹੋ ਜਾਂਦਾ ਤਾਂ ਬਿਹਤਰ ਸੈਂਟੈਂਸ ਬਣ ਸਕਦੇ ਹੁੰਦੇ ਆ ਜੀ। ਹਾਂਜੀ ਹਾਂਜੀ। ਤਾਂ ਇੱਥੇ ਕਹੇ ਜੀ ਜਿਹੜੀ ਇੰਟਰਨੈਟ ਸ਼ਾਪਿੰਗ ਆ, ਕਹਿੰਦੇ ਲੈਕਸ, ਉਹਦੇ ਵਿੱਚ ਘਾਟ ਆ ਕਿਹਦੀ, ਦਾ ਡੈਸ਼। ਚਲੋ ਜਾ ਕੇ ਦੇਖ ਕੇ ਉਹਨੇ ਜੀ, ਇਹਦੀ ਆਪਾਂ ਨੂੰ ਲੋਕੇਸ਼ਨ ਨਹੀਂ ਲੱਭੀ ਸੀਗੀ, ਬਟ ਆਪਾਂ ਇੱਕ ਵਾਰੀ ਸੀਕੁਐਂਸ ਫੋਲੋ ਕਰਾਂਗੇ, ਕਿਉਂਕਿ ਆਪਣੇ ਜਿਹੜੇ ਹੁਣ ਤੱਕ 3 ਚੱਲੇ ਆ ਉਹ ਸੀਕੁਐਂਸ ਦੇ ਵਿੱਚ ਚੱਲੇ ਆ ਜੀ। ਧਿਆਨ ਨਾਲ ਦੇਖਿਓ, ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਰੀਡਿੰਗ ਦਾ ਨੇਚਰ ਦੇਖੋ ਜੀ। ਰੀਡਿੰਗ ਦਾ ਨੇਚਰ ਜਾਣਨਾ ਜ਼ਰੂਰੀ ਹੁੰਦਾ ਜੀ। ਤੁਹਾਨੂੰ ਤੁਸੀਂ ਆਪਣੇ ਬਾਕੀ ਕੁਐਸਚਨ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਐਗਜ਼ਾਮੀਨਰ ਆ ਉਹ ਕਿਵੇਂ ਡਰਾਈਵ ਕਰ ਰਿਹਾ ਜੀ ਰੀਡਿੰਗ। ਚਲੋ ਜਾ ਕੇ ਦੇਖਦੇ, ਆਪਾਂ ਨੂੰ ਇੱਥੋਂ ਤੱਕ ਲੱਭਿਆ ਸੀ ਜੀ ਆਹ ਵਾਲੀ ਚੀਜ਼, ਇੱਥੋਂ ਵਾਲੀ ਚੀਜ਼। ਤਾਂ ਧਿਆਨ ਨਾਲ ਦੇਖੋ, ਤੁਹਾਡੀ ਨੈਕਸਟ ਲਾਈਨ ਦੇ ਵਿੱਚ ਇੰਟਰਨੈਟ ਸ਼ਾਪਿੰਗ ਪਿਆ, ਇਹਦਾ ਮਤਲਬ ਕੀ ਨਿਕਲਿਆ ਕਿ ਤੁਹਾਡੀ ਨੈਕਸਟ ਲਾਈਨ ਵਿੱਚ ਹੀ ਆਨਸਰ ਹੈ ਜੀ ਇਹਦਾ। ਇੰਟਰਨੈਟ ਸ਼ਾਪਿੰਗ 'ਚ ਕਿਹੜੀ ਚੀਜ਼ ਦੀ ਘਾਟ ਹੁੰਦੀ, ਕਹਿੰਦੇ ਦਾ ਬਾਇੰਗ ਐਕਸਪੀਰੀਅੰਸ ਹੈ, ਕਹਿੰਦੇ ਉਹ ਕ੍ਰਿਟੀਕਲ ਹੋ ਸਕਦਾ ਜੀ। ਕ੍ਰਿਟੀਕਲ ਦਾ ਮਤਲਬ ਨਹੀਂ ਕਿ ਡਿਸਅਪੁਆਇੰਟਿੰਗ, ਨਿਰਾਸ਼ ਕਰ ਦੇਣ ਵਾਲਾ, ਨਿਰਾਸ਼ ਕਰ ਦੇਣ ਵਾਲਾ। ਕਹਿੰਦੇ ਜੀ ਜਿਹੜਾ ਹਾਂਜੀ ਬਾਇੰਗ ਐਕਸਪੀਰੀਅੰਸ ਆ ਉਹ ਕਹਿੰਦੇ ਜੀ ਕ੍ਰਿਟੀਕਲ ਹੋ ਸਕਦਾ, ਬ੍ਰੈਕਟ ਦੇ ਵਿੱਚ ਦੱਸਿਆ ਓਕੇ, ਵਿਚ ਇਜ਼ ਵਾਈ ਵੀ ਨੋਟ ਆਲ ਸਵਿਚ ਟੂ ਇੰਟਰਨੈਟ ਸ਼ਾਪਿੰਗ। ਤਾਂ ਹੀ ਕਹਿੰਦੇ ਜੀ ਆਪਾਂ ਇੰਟਰਨੈਟ ਸ਼ਾਪਿੰਗ ਤੇ ਸਾਰੇ ਜਾਣੇ ਸਵਿਚ ਨਹੀਂ ਕਰਦੇ। ਸਵਿਚ ਦਾ ਮਤਲਬ ਕੀ ਹੋ ਗਿਆ ਕਿ ਆਪਾਂ ਲੋਕਲ ਸ਼ਾਪ ਤੋਂ ਜਾਂ ਫੇਸ ਟੂ ਫੇਸ ਸ਼ਾਪਿੰਗ ਤੋਂ ਆਪਾਂ ਉਹਦੇ ਤੇ ਜਾਣੀ ਕਿ ਬਦਲ ਕੇ ਨਹੀਂ ਜਾਂਦੇ, ਹੁਣ ਬਦਲਣ ਨੂੰ ਸਵਿਚ ਕਹਿ ਦਿੰਦੇ ਆ ਜੀ। ਤਾਂ ਕਹਿੰਦੇ ਬਾਇੰਗ ਐਕਸਪੀਰੀਅੰਸ ਆ, ਕਹਿੰਦੇ ਬੜਾ ਡਿਸਅਪੁਆਇੰਟਿੰਗ ਹੁੰਦਾ, ਤਾਂ ਹੀ ਕਹਿੰਦੇ ਆਪਾਂ ਸਾਰੇ ਜਾਣੇ ਜੀ ਕਹਿੰਦੇ ਇੰਟਰਨੈਟ ਸ਼ਾਪਿੰਗ ਤੇ ਸਵਿਚ ਨਹੀਂ ਕਰਦੇ। ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਇੰਟਰਨੈਟ ਸ਼ਾਪਿੰਗ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੁੰਦੀ ਹੈ ਜੀ, ਕਿਹੜੀ ਚੀਜ਼ ਦੀ ਘਾਟ ਹੁੰਦੀ ਹੈ ਜੀ, ਲੱਗਿਆ ਪਤਾ ਹੀ ਸਾਰਿਆਂ ਨੂੰ। ਇੰਟਰਨੈਟ ਸ਼ਾਪਿੰਗ 'ਚ ਕਿਹੜੀ ਸਰ ਚੀਜ਼ ਦੀ ਘਾਟ, ਐਕਸਪੀਰੀਅੰਸ ਬਾਇੰਗ ਐਕਸਪੀਰੀਅੰਸ ਨਾਲ ਬਾਇੰਗ Sir, buying ਐਕਸਪੀਰੀਅੰਸ ਜੀ, ਹਾਂਜੀ ਬਾਇੰਗ ਐਕਸਪੀਰੀਅੰਸ। ਐਕਸਪੀਰੀਅੰਸ। ਧਿਆਨ ਨਾਲ ਦੇਖਿਓ, ਤੁਹਾਡੇ ਕੁਐਸਚਨ ਨੇ ਕਿਹਾ ਇੰਟਰਨੈਟ ਸ਼ਾਪਿੰਗ ਲੈਕਸ ਡੈਸ਼, ਇਹਦੇ ਵਿੱਚ ਡੈਸ਼ ਚੀਜ਼ ਦੀ ਘਾਟ ਹੁੰਦੀ ਆ। ਤੁਹਾਡਾ ਅੱਗੇ ਵਾਲਾ ਕੁਐਸਚਨ ਦੇ ਵਿੱਚ ਇੰਟਰਨੈਟ ਸ਼ਾਪਿੰਗ ਲਿਖਿਆ ਪਿਆ ਸੀ, ਜਿੱਥੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਸ਼ਾਇਦ ਆਨਸਰ ਹੋ ਸਕਦਾ। ਸਟਾਰਟਿੰਗ 'ਚ ਇਹਨਾਂ ਨੇ ਕਿਹਾ, ਕਹਿੰਦੇ ਜੀ ਬਾਇੰਗ ਐਕਸਪੀਰੀਅੰਸ ਬੜਾ ਨਿਰਾਸ਼ ਕਰ ਦੇਣ ਵਾਲਾ। ਇਹਦਾ ਮਤਲਬ ਯਾਨੀ ਕਿ ਬਾਇੰਗ ਐਕਸਪੀਰੀਅੰਸ ਤੋਂ ਸੈਟੀਸਫੈਕਸ਼ਨ ਨਹੀਂ ਮਿਲਦੀ, ਤੇ ਕਿਹਦੇ ਕੇਸ ਵਿੱਚ ਆ ਹਾਂਜੀ ਇਹ ਚੀਜ਼ ਇੰਟਰਨੈਟ ਸ਼ਾਪਿੰਗ ਦੀ। ਯਾਨੀ ਕਿ ਇੰਟਰਨੈਟ ਸ਼ਾਪਿੰਗ ਦੇ ਵਿੱਚ ਘਾਟ ਕਿਹੜੀ ਚੀਜ਼ ਦੀ ਨਿਕਲੀ, ਬਾਇੰਗ ਐਕਸਪੀਰੀਅੰਸ। ਲੱਗ ਗਿਆ ਪਤਾ ਜੀ ਸਾਰਿਆਂ ਨੂੰ ਇਹ ਚੀਜ਼। Yes, ਸਰ sir. ਹਾਂਜੀ, ਪਰ ਆਪਣੇ ਕੋਲੇ ਲੈਕ ਵੀ ਵਰਬ ਆ ਗਿਆ ਤੇ ਉਰੇ ਬਾਇੰਗ ਵੀ ਵਰਬ ਆ ਗਿਆ, ਉਹਦੇ ਨਾਲ ਆਪਾਂ ਜਿਵੇਂ
ਪ੍ਰੈਜ਼ੈਂਟ ਇੰਡੈਫੀਨਿਟ ਹੁੰਦਾ ਲੈਕਸ ਐਸ ਲੱਗੀ ਹੋਈ ਹੈ ਤੇ ਉਰੇ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ। ਦੇਖੋ ਉਹਨਾਂ ਨੇ ਤੁਹਾਡੇ ਕੁਐਸਚਨ ਦੇ ਵਿੱਚ ਦਾ ਪਾਇਆ ਨਾ ਮੂਰੇ, ਹਾਂਜੀ ਧਿਆਨ ਨਾਲ ਦੇਖਿਓ। ਜੇ ਤੁਸੀਂ ਆਪਣੇ ਬਲੈਂਕ ਤੇ ਚੱਲੋ ਜੀ ਉਧਰ, ਜੇ ਤੁਸੀਂ ਇਹਨੂੰ ਸੈਪਰੇਟ ਕਰ ਲਓ ਅਕੋਰਡਿੰਗ ਟੂ ਗ੍ਰਾਮਰ, ਤਾਂ ਆਹ ਤੁਹਾਡਾ ਸਬਜੈਕਟ ਆ, ਆਹ ਤੁਹਾਡਾ ਵਰਬ ਆ, ਆਹ ਤੁਹਾਡੀ ਸਾਰੀ ਚੀਜ਼ ਕਿਹਦੇ ਵਿੱਚ ਕਾਊਂਟ ਹੋਣੀ ਆ, ਆਬਜੈਕਟ ਦੇ ਵਿੱਚ। ਹੁਣ ਇਹਨਾਂ ਨੇ ਦਾ ਲਾਇਆ ਵਾ, ਦਾ ਮਤਲਬ ਪੱਕਾ ਉੱਥੇ ਕੋਈ ਨਾ ਕੋਈ ਨਾਉਨ ਤਾਂ ਰੱਖਿਆ ਜਾਣਾ ਸੀਗਾ। ਨਾਉਨ ਉੱਥੇ ਕਿਹੜਾ ਰੱਖਿਆ ਗਿਆ, ਐਕਸਪੀਰੀਅੰਸ, ਜਿਹੜਾ ਉਹਦੇ ਵਿੱਚ ਵਰਡ ਪਿਆ। ਐਕਸਪੀਰੀਅੰਸ ਵਰਡ ਲਿਖਣਾ ਜ਼ਰੂਰੀ ਸੀ ਕਿਉਂਕਿ ਮੂਰੇ ਆਰਟੀਕਲ ਲੱਗਾ ਪਿਆ ਵਾ। ਹੁਣ ਜਿਹੜਾ ਠੀਕ ਹੈ ਇਹਨਾਂ ਨੇ sir, ਬਾਇੰਗ ਵਰਡ ਮੂਰੇ ਫਿੱਟ ਕੀਤਾ ਵਾ, ਇਹ ਐਡਜੈਕਟਿਵ ਦੇ ਤੌਰ ਤੇ ਕੰਮ ਕਰ ਰਿਹਾ ਵਾ। ਮੈਂ ਤੁਹਾਨੂੰ ਕਹਾਂ ਕਿ ਰਨਿੰਗ ਹਾਰਸ, ਰਨਿੰਗ ਹਾਰਸ, ਹਾਰਸ ਇੱਕ ਨਾਉਨ ਆ, ਰਨਿੰਗ ਇੱਕ ਕਾਹਦੇ ਤੌਰ ਤੇ ਕੰਮ ਹਾਂਜੀ। ਕਰ ਰਿਹਾ, ਐਡਜੈਕਟਿਵ ਹੋ ਗਿਆ ਸਰ। ਐਡਜੈਕਟਿਵ, ਯਾਨੀ ਕਿ ਭੱਜਦਾ ਹੋਇਆ ਘੋੜਾ। ਤੁਸੀਂ ਕਹੋਗੇ ਆਈ ਸੌ ਅ ਰਨਿੰਗ ਹਾਰਸ, ਤਾਂ ਆਹ ਤੁਹਾਡਾ ਸਬਜੈਕਟ ਆ, ਆਹ ਤੁਹਾਡੀ ਵਰਬ ਆ, ਆਹ ਤੁਹਾਡੀ ਸਾਰੀ ਚੀਜ਼ ਆਬਜੈਕਟ ਦੇ ਵਿੱਚ ਕਾਊਂਟ ਹੁੰਦੀ ਹੈ। ਇਹ ਆਹ ਤੁਹਾਡਾ ਨਾਉਨ ਆ ਤੇ ਆਹ ਤੁਹਾਡਾ ਕੀ ਨਿਕਲਿਆ ਫਿਰ ਜੀ, ਐਡਜੈਕਟਿਵ। ਲੱਗ ਗਿਆ ਪਤਾ ਜੀ। ਹਾਂਜੀ ਤਾਂ ਸਰ। ਕਈ ਵਾਰੀ ਵਰਬ ਦੀ ਸੈਕਿੰਡ ਫਾਰਮ ਤੇ ਫਸਟ ਫਾਰਮ ਨਾਲ ਆਈਐਨਜੀ ਜਿਹੜੀਆਂ ਚੀਜ਼ਾਂ ਲੱਗੀਆਂ ਹੁੰਦੀਆਂ, ਇਹ ਐਡਜੈਕਟਿਵ ਦੇ ਤੌਰ ਤੇ ਵੀ ਕੰਮ ਕਰਦੀਆਂ ਜੀ। ਇਹ ਚੀਜ਼ ਯਾਦ ਰੱਖਿਓ ਜੀ। ਇੱਕ ਨਿੱਕਾ ਸੈਂਟੈਂਸ ਤੋਂ, ਜੇ ਤੁਸੀਂ ਨਿੱਕੇ ਹੁੰਦੇ ਤੋਂ ਲੈ ਕੇ ਕਦੇ ਸੋਚਿਆ ਨਹੀਂ ਹੋਣਾ, ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਹੋ ਆਏ, ਤੁਸੀਂ ਕਹਿੰਦੇ ਹੋ ਹੀ ਹੈਜ਼ ਅ ਬ੍ਰੋਕਨ ਲੈਪਟਾਪ, ਉਹਦੇ ਕੋਲੇ ਟੁੱਟਿਆ ਹੋਇਆ ਲੈਪਟਾਪ ਆ ਇੱਕ। ਇਹਦੇ ਵਿੱਚ ਹੀ ਤਾਂ ਸਬਜੈਕਟ ਆ, ਹੈਜ਼ ਵਰਬ ਆ। ਆਹ ਹੁਣ ਇੱਥੇ ਥਰਡ ਫਾਰਮ ਥੋੜੀ ਹੈ ਜੀ, ਇਹ ਥਰਡ ਫਾਰਮ ਨਹੀਂ ਇੱਥੇ। ਬ੍ਰੋਕਨ ਲੈਪਟਾਪ, ਲੈਪਟਾਪ ਦਾ ਨੇਚਰ ਕਿਦਾਂ ਦਾ ਵਾ, ਬ੍ਰੋਕਨ, ਯਾਨੀ ਕਿ ਇਹ ਐਡਜੈਕਟਿਵ ਦੇ ਤੌਰ ਤੇ ਕੰਮ ਕਰ ਰਿਹਾ। ਵਰਬ ਦੀ ਥਰਡ ਫਾਰਮ ਤੇ ਫਸਟ ਫਾਰਮ ਨਾਲ ਆਈਐਨਜੀ, ਇਹ ਦੋਨੇ ਚੀਜ਼ਾਂ ਕਦੇ ਕਦੇ ਨਾਉਨ ਦੇ ਮੂਹਰੇ ਲੱਗ ਕੇ ਐਡਜੈਕਟਿਵ ਦਾ ਕੰਮ ਕਰਨ ਲੱਗ ਜਾਂਦੀਆਂ ਹੁੰਦੀਆਂ ਜੀ। ਹਾਂਜੀ ਜੀ, ਅੱਗੇ ਚੱਲਦੇ ਜੀ ਆਪਾਂ। ਤਾਂ ਕੀ ਕਿਹਾ ਜੀ ਆਪਾਂ ਨੂੰ, ਹੁਣ 35ਵੇਂ ਨੰਬਰ ਤੇ ਸ਼ਿਫਟ ਹੁੰਨੇ ਆ ਜੀ। ਪੀਪਲ ਹੈਵ ਟਾਈਮ ਫॉर ਮੋਰ ਐਕਸਪੀਰੀਅੰਸਸ। ਕਹਿੰਦੇ ਜਿਹੜੇ ਲੋਕ ਆ ਜੀ, ਹੈਵ ਟਾਈਮ, ਉਹਨਾਂ ਕੋਲੇ ਟਾਈਮ ਆ ਜੀ, ਕਹਿੰਦੇ ਫॉर ਮੋਰ ਐਕਸਪੀਰੀਅੰਸਸ, ਜ਼ਿਆਦਾ ਐਕਸਪੀਰੀਅੰਸ ਦੇ ਲਈ ਟਾਈਮ ਆ ਉਹਨਾਂ ਕੋਲੇ। ਹਾਂਜੀ, ਪਾਰਸ਼ੀਅਲੀ ਬਿਕੋਜ਼, ਹੁਣ ਕਾਰਨ ਦੱਸ ਰਹੇ ਆ ਜੀ। ਪਾਰਸ਼ੀਅਲੀ ਬਿਕੋਜ਼ ਦੇ ਆਰ ਡੈਸ਼, ਕਹਿੰਦੇ ਜੀ ਲੋਕਾਂ ਦੇ ਕੋਲੇ ਕਹਿੰਦੇ ਹੁਣ ਜ਼ਿਆਦਾ ਐਕਸਪੀਰੀਅੰਸ ਕਰਨ ਦਾ ਟਾਈਮ ਆ, ਕਿਉਂਕਿ ਉਹ ਡੈਸ਼ ਆ, ਕਹਿੰਦੇ ਜੀ ਲੋਕ ਡੈਸ਼ ਆ। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ। ਹੁਣ ਇੱਥੇ ਨਿੱਕਾ ਜਿਹਾ ਅੰਦਾਜ਼ਾ ਲਾਉਣਾ ਹੋਵੇ ਜੀ, ਦੇ ਤੁਹਾਡਾ ਸਬਜੈਕਟ ਆ ਆਰ, ਹੁਣ ਦੇਖੋ ਆਰ ਇੱਕ ਹੈਲਪਿੰਗ ਵਰਬ ਵੀ ਹੋ ਸਕਦਾ ਵਾ। ਜੇ ਤੁਸੀਂ ਪ੍ਰੈਜ਼ੈਂਟ ਕੰਟੀਨਿਊ ਦੇ ਬਾਰੇ ਸੋਚੋ ਮਾੜਾ ਜਿਹਾ, ਤਾਂ ਸਟਰਕਚਰ ਕੀ ਹੁੰਦੀ ਆ, ਸਬਜੈਕਟ, ਸਬਜੈਕਟ ਤੋਂ ਬਾਅਦ ਚੋਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਚੀਜ਼ ਲੱਗੀ ਹੁੰਦੀ ਹੈ ਜੀ, ਤੇ ਬਾਅਦ ਚੋਂ ਫਸਟ ਵਰਬ ਦੀ ਫਸਟ ਫਾਰਮ ਨਾਲ ਆਈਐਨਜੀ ਲੱਗਦਾ ਹੁੰਦਾ। ਇਹਦਾ ਮਤਲਬ ਇੱਥੇ ਆਨਸਰ ਪ੍ਰੈਜ਼ੈਂਟ ਕੰਟੀਨਿਊ ਵਾਲਾ ਵੀ ਸੈੱਟ ਹੋ ਸਕਦਾ ਜੀ, ਜੇ ਪ੍ਰੈਜ਼ੈਂਟ ਕੰਟੀਨਿਊ ਬਣਨਾ ਹੋਇਆ ਤਾਂ। ਤੇ ਇੱਕ ਤੁਸੀਂ ਕਹਿੰਦੇ ਹੁੰਦੇ ਹੋ ਸੇਮ, ਜਿਵੇਂ ਦੇ, ਇੱਥੇ ਕਹਿੰਦੇ ਹੋ ਜੀ ਆਰ, ਇੱਥੇ ਕਹਿ ਦਿੰਦੇ ਹੋ ਜੀ ਸਟੂਡੈਂਟਸ, ਦੇ ਆਰ ਸਟੂਡੈਂਟਸ। ਇੱਥੇ ਆਨਸਰ ਕੋਈ ਨਾ ਕੋਈ ਨਾਉਨ ਵੀ ਫਿੱਟ ਹੋ ਸਕਦਾ ਜੀ। ਇੱਕ ਤੁਸੀਂ ਕਹਿੰਦੇ ਹੋ ਦੇ ਆਰ ਸਮਾਰਟ, ਕਿ ਉਹ ਸਮਾਰਟ ਆ, ਆਨਸਰ ਐਡਜੈਕਟਿਵ ਵੀ ਹੋ ਸਕਦਾ ਜੀ। ਤਿੰਨ ਪੋਸੀਬਿਲਿਟੀਆਂ ਜੀ ਇੱਥੇ, ਤਿੰਨ ਪੋਸੀਬਿਲਿਟੀਆਂ ਜੀ। ਚਲੋ ਜਾ ਕੇ ਦੇਖਦੇ ਹਾਂ ਜੀ। ਤਾਂ ਧਿਆਨ ਨਾਲ ਦੇਖਿਓ ਜੀ, ਆਪਾਂ ਲੱਭ ਕੇ ਲਾਉਣਾ ਵੀ ਉਹ ਲੋਕੀ ਜ਼ਿਆਦਾ ਐਕਸਪੀਰੀਅੰਸ ਕਰ ਸਕਦੇ ਅੱਜ ਦੇ ਸਮੇਂ 'ਚ, ਬਿਕੋਜ਼ ਦੇ ਆਰ ਡੈਸ਼, ਉਹ ਡੈਸ਼ ਆ, ਕੀ ਆ ਉਹ, ਜਾ ਕੇ ਦੇਖ ਕੇ ਆਉਂਦੇ ਆ। ਨੈਕਸਟ ਪੇਜ ਤੇ ਜਾਣਾ ਪੈਣਾ ਜੀ ਆਪਾਂ ਨੂੰ ਇੱਕ ਵਾਰੀ। ਤਾਂ ਆ ਤੁਹਾਡਾ ਨੈਕਸਟ ਪੇਜ ਹੈ ਜੀ। ਇਹਨਾਂ ਨੇ ਕਿਹਾ ਐਕਸਪੀਰੀਅੰਸ ਦੀ ਗੱਲ ਹੋਈ ਜਾਂਦੀ ਹੈ ਜੀ, ਇਜ਼ ਹਾਊ ਮਚ ਵੀ ਆਰ ਯਾਨੀ ਕਿ ਪ੍ਰਪੇਅਰ ਟੂ ਪੇ ਫॉर ਏ ਪੂਅਰਲੀ ਨॉन ਮਟੀਰੀਅਲ। ਇੱਥੇ ਕੋਈ ਗੱਲ ਨਹੀਂ ਹੋਈ ਜੀ। ਕਈ ਬੱਚੇ ਦੇਖੋ ਇਹਨਾਂ ਵਿੱਚੋਂ ਧੱਕੇ ਦੇ ਨਾਲ ਕੋਈ ਨਾ ਕੋਈ ਚੀਜ਼ ਮੈਚ ਕਰਾ ਜਾਂਦੇ ਹੁੰਦੇ ਜੀ, ਉਦਾਂ ਦੀ ਚੀਜ਼ ਨਹੀਂ ਕਰਨੀ ਜੀ। ਤਾਂ ਇਹਨਾਂ ਨੇ ਆਪਾਂ ਨੂੰ ਕਿਹਾ, ਜੇ ਤੁਸੀਂ ਅੱਗੇ ਜਾ ਕੇ ਦੇਖੋ ਤਾਂ ਜੀ, ਵੀ ਆਰ ਅਵੇਅਰ ਆਫ ਥੀਸ ਅਦਰ ਐਕਟੀਵਿਟੀਜ਼, ਆਪਾਂ ਬਾਕੀ ਐਕਟੀਵਿਟੀਆਂ ਦੇ ਪ੍ਰਤੀ ਵੀ ਹੁਣ ਅਵੇਅਰ ਆ ਜੀ, ਕਲਚਰ ਦੇ ਪ੍ਰਤੀ ਵੀ। ਵੀ ਨਾਓ ਹੈਵ ਦਾ ਮਨੀ ਟੂ ਐਕਸਪੀਰੀਅੰਸ ਦੈਮ, ਆਪਣੇ ਕੋਲੇ ਉਹਨਾਂ ਨੂੰ ਐਕਸਪੀਰੀਅੰਸ ਕਰਨ ਦੇ ਲਈ ਹੁਣ ਮਨੀ ਆ, ਯਾਨੀ ਕਿ ਆਪਾਂ ਐਕਸਪੀਰੀਅੰਸ ਉਹਨਾਂ ਨੂੰ ਜ਼ਿਆਦਾ ਕਰ ਸਕਦੇ ਹਾਂ। ਹੁਣ ਦੇਖੋ ਆਹ ਵਰਡ ਤੋਂ ਤੇ ਫਿੱਟ ਨਹੀਂ ਹੋ ਸਕਦਾ, ਦੇ ਆਰ ਮਨੀ, ਨਹੀਂ ਜੀ ਆਹ ਚੀਜ਼ ਤਾਂ ਫਿੱਟ ਹੀ ਨਹੀਂ ਹੋ ਸਕਦੀ। ਦੇ ਆਰ ਮਨੀ, ਕੋਈ ਲੋਕ ਮਨੀ ਕਿਵੇਂ ਹੋ ਸਕਦੇ ਆ ਖੁਦ ਜੀ, ਫਿਰ ਤਾਂ ਹੈਵ ਲੱਗਾ ਹੋਣਾ ਚਾਹੀਦਾ ਸੀਗਾ, ਬਿਕੋਜ਼ ਦੇ ਹੈਵ, ਜੇ ਹੈਵ ਲੱਗਾ ਹੁੰਦਾ ਆਨਸਰ ਇਹਦਾ ਮਨੀ ਹੋ ਜਾਣਾ ਸੀਗਾ। ਲੋਕੀ ਜ਼ਿਆਦਾ ਐਕਸਪੀਰੀਅੰਸ ਕਰਦੇ ਆ ਬਿਕੋਜ਼ ਦੇ ਹੈਵ, ਯਾਨੀ ਕਿ ਮਨੀ ਫਿੱਟ ਕਰਨ ਦੇ ਲਈ ਹੈਵ ਲੱਗਿਆ ਹੋਣਾ ਚਾਹੀਦਾ ਸੀ। ਇੱਥੇ ਕੀ ਕਿਹਾ, ਨਾਓ, ਹੁਣ ਜੀ ਕਹਿੰਦੇ ਨਾਓ ਦੈਟ ਵੀ ਆਰ, ਆਪਾਂ ਕਹਿੰਦੇ ਵੀ ਆਰ ਲਿਵਿੰਗ ਲੋਂਗਰ, we have more time to try different things,
ਕਹਿੰਦੇ ਜੀ ਆਪਣੇ ਕੋਲੇ ਡਿਫਰੈਂਟ ਥਿੰਗਸ ਟਰਾਈ ਕਰਨ ਦਾ ਹੁਣ ਟਾਈਮ ਆ, ਮਤਲਬ ਕਿ ਆਪਣੇ ਕੋਲੇ ਟਾਈਮ ਆ ਜ਼ਿਆਦਾ ਚੀਜ਼ਾਂ ਨੂੰ ਐਕਸਪੀਰੀਅੰਸ ਕਰਨ ਦਾ। ਕਾਰਨ ਪਹਿਲੀ ਲਾਈਨ 'ਚ ਲਿਖਿਆ ਪਿਆ ਜੀ, we are living longer। ਉਹਨਾਂ ਨੇ we ਦੀ ਜਗ੍ਹਾ ਤੇ ਕੀ ਕਰਤਾ ਜੀ, ਦੇ ਕਰਤਾ, ਆਰ ਉਹਨਾਂ ਨੇ ਇਦਾਂ ਕਰਤਾ, ਤੇ ਵਰਡ ਕਿਹੜੇ ਫਿੱਟ ਹੋਏ ਜੀ ਇੱਥੇ, ਲਿਵਿੰਗ ਲੋਂਗਰ। ਹੁਣ ਜੇ ਤੁਸੀਂ ਬਲੈਂਕ ਦੇ ਉੱਪਰ ਚੱਲੋ ਜੀ ਤਾਂ ਧਿਆਨ ਨਾਲ ਦੇਖਿਓ ਜੀ, ਟਾਈਮ ਵਾਲਾ ਉਹਨਾਂ ਦਾ ਦੂਜੀ ਲਾਈਨ 'ਚ ਲਿਖਿਆ ਪਿਆ ਜੀ, ਐਕਸਪੀਰੀਅੰਸ ਨੂੰ ਉਹਨਾਂ ਨੇ ਕੀ ਕਹਿਤਾ, ਡਿਫਰੈਂਟ ਥਿੰਗਸ ਕਹਿਤਾ, ਤੇ ਰੀਜ਼ਨ ਉਹਨਾਂ ਨੇ ਪਹਿਲੀ ਲਾਈਨ 'ਚ ਦਿੱਤਾ ਕਿਹੜਾ, ਦੇ ਨੂੰ ਕਰਤਾ we, ਤੇ ਆਰ ਦਾ ਆਰ, ਤੇ ਇਹ ਪ੍ਰੈਜ਼ੈਂਟ ਕੰਟੀਨਿਊ ਬਣ ਕੇ ਫਿੱਟ ਹੋਇਆ ਜੀ ਇੱਥੇ। ਯੈਸ ਔਰ ਨੋ ਜੀ, ਕਲੀਅਰ ਹੈ ਜੀ ਸਾਰਿਆਂ ਨੂੰ? ਹਾਂਜੀ ਹਾਂਜੀ ਸਰ। ਕਲੀਅਰ ਹੈ ਜੀ sir। ਇੱਥੇ ਸਾਰਿਆਂ ਨੂੰ? ਹਾਂਜੀ